सर स्टार्ट करिए। स्टार्ट कर सकते हो मैडम। मैं बलजीत कौर, इंस्ट्रक्टर सरफेस ऑर्नामेंटेशन तकनीक गवर्नमेंट ITI हरशी पिंड टांडा डिस्ट्रिक्ट हुशियारपुर तो ਅਤੇ ਮੈਂ ਵਿਭਾਗ ਦੇ ਸਮੂਹ ਉੱਚ ਅਧਿਕਾਰੀ ਤੇ ਡਾਇਰੈਕਟਰ ਸਾਹਿਬਾਨ ਤੇ ਨਿੰਮੀ ਆਨਲਾਈਨ ਪੰਜਾਬੀ ਚੈਨਲ ਨੂੰ ਹੈਂਡਲ ਕਰ ਰਹੇ ਸਾਡੇ ਡਾਇਰੈਕਟਰ ਸ੍ਰੀ ਵਜਿੰਦਰ ਧਮਨ ਜੀ ਅਤੇ ਨਿੰਮੀ ਚੈਨਲ ਦੇ ਮਾਧਿਅਮ ਰਾਹੀਂ ਟ੍ਰੇਨਿੰਗ ਲੈ ਰਹੇ ਸਮੂਹ ਸਿੱਖਿਆਰਥੀ ਅਤੇ ਟ੍ਰੇਨਿੰਗ ਦੇ ਰਹੇ ਸਮੂਹ ਇੰਸਟ੍ਰਕਟਰਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਦੇ ਆਪਣੇ ਇਸ ਸੈਸ਼ਨ ਦੇ ਵਿੱਚ। ਅਤੇ ਮੇਰਾ ਅੱਜ ਦਾ ਟੌਪਿਕ ਹੈ ਸਮਾਂ ਸਾਰਣੀ, ਪਾਠ 28 ਕਿਰਿਆਵਾਂ, ਟਾਈਮ ਟੇਬਲ ਫॉर ਕਰਿਕੂਲਰ ਐਕਟੀਵਿਟੀਜ਼। ਸਮਾਂ ਸਾਰਣੀ, ਇਸ ਸੰਬੰਧੀ ਅਸੀਂ ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ। ਸਮਾਂ ਸਾਰਣੀ ਕੀ ਹੈ, ਇਸ ਦੀ ਕੀ ਲੋੜ ਜਾਂ ਮਹੱਤਵ ਹੈ, ਸਮਾਂ ਸਾਰਣੀ ਦੀਆਂ ਅੱਜ ਤੁਹਾਨੂੰ ਕਿਸਮਾਂ ਬਾਰੇ ਦੱਸਾਂਗੇ। ਸਮਾਂ ਸਾਰਣੀ ਦੀ ਸਫਲਤਾ ਇੱਕ ਪ੍ਰਭਾਵਸ਼ਾਲੀ ਸਮਾਂ ਸਾਰਣੀ ਤੇ ਨਿਰਭਰ ਕਰਦਾ ਹੈ। ਇਹ ਇੱਕ ਅਜਿਹਾ ਸ਼ੀਸ਼ਾ ਹੈ ਜਿਸ ਵਿੱਚੋਂ ਸਕੂਲ ਦੀਆਂ ਸਾਰੀਆਂ ਕਿਰਿਆਵਾਂ ਦਾ ਪ੍ਰੋਗਰਾਮ ਸਾਫ਼ ਤੇ ਸਪਸ਼ਟ ਵੇਖਿਆ ਜਾ ਸਕਦਾ ਹੈ। ਇੱਕ ਪ੍ਰਭਾਵਸ਼ਾਲੀ ਸਮਾਂ ਸਾਰਣੀ ਸਕੂਲ ਦੀ ਉਹ ਘੜੀ ਹੁੰਦੀ ਹੈ ਜਿਸ ਦੇ ਡਾਇਲ ਉੱਤੇ ਸਿਰਫ ਦਿਨ ਦਾ ਉਹ ਸਮਾਂ ਦਿੱਤਾ ਹੁੰਦਾ ਹੈ ਜਿਸ ਵਿੱਚ ਅਧਿਆਪਕ ਦਾ ਕੰਮ ਦੂਜੀਆਂ ਕਿਰਿਆਵਾਂ, ਕਲਾ, ਸਿਲਪ, ਖੇਡ ਅਤੇ ਸਮਾਜ ਸੇਵਾ ਲਈ ਕਿਰਿਆਵਾਂ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਹੁੰਦਾ ਹੈ। ਇਸ ਨਾਲ ਸਕੂਲ ਨੇ ਕਦੋਂ ਖੁੱਲਣਾ ਹੈ, ਕਦੋਂ ਬੰਦ ਹੋਣਾ ਹੈ, ਕਦੋਂ ਅੱਧੀ ਛੁੱਟੀ ਹੋਣੀ ਹੈ, ਹਫ਼ਤਾਵਾਰ ਪੀਰੀਅਡ ਦੀ ਵੰਡ, ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਸਮਾਂ, ਵੱਖ-ਵੱਖ ਵਿਸ਼ੇ ਲੰਬਾਈ ਆਦਿ ਦਾ ਦੱਸਿਆ ਹੁੰਦਾ ਹੈ। ਇਹ ਇਸ ਗੱਲ ਬਾਰੇ ਵੀ ਜਾਣਕਾਰੀ ਦਿੰਦਾ ਹੈ ਕਿ ਸਕੂਲ ਦੇ ਵੱਖ-ਵੱਖ ਪ੍ਰੋਗਰਾਮਾਂ ਦੀਆਂ ਕਿਰਿਆਵਾਂ ਨੇ ਕਦੋਂ, ਕਿੱਥੇ, ਕਿਵੇਂ ਤੇ ਕਿਸ ਨੇ ਕਰਨਾ ਹੈ। ਲੋੜ ਤੇ ਮਹੱਤਤਾ, ਸਕੂਲ ਪ੍ਰਬੰਧ, ਸਕੂਲ ਅਨੁਸ਼ਾਸਨ ਅਤੇ ਸਕੂਲ ਦੇ ਉਦੇਸ਼ਾਂ ਦੀ ਪ੍ਰਾਪਤੀ ਦੀ ਕਲਪਨਾ ਸਮਾਂ ਸਾਰਣੀ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਸਮਾਂ ਸਾਰਣੀ ਸਕੂਲ ਵਿੱਚ ਬਿਜਲੀ ਦੇ ਇੱਕ ਹੈਂਡਲ ਦੇ ਵਾਂਗ ਹੀ ਹੈ। ਜਿਵੇਂ ਬਿਜਲੀ ਦਾ ਹੈਂਡਲ ਜਦੋਂ ਦਬਾਇਆ ਜਾਂਦਾ ਹੈ ਸਾਰੀਆਂ ਮਸ਼ੀਨਾਂ ਚੱਲ ਪੈਂਦੀਆਂ ਹਨ। ਸਾਰੇ ਸਕੂਲਾਂ ਦੀ ਸਫਲਤਾ ਪ੍ਰਭਾਵਸ਼ਾਲੀ ਸਮਾਂ ਸਾਰਣੀ ਤੇ ਨਿਰਭਰ ਕਰਦੀ ਹੈ। ਸਕੂਲਾਂ ਦੇ ਹਰ ਕੰਮ ਨੂੰ ਯੋਜਨਾਬੰਦ ਕਰਨ ਵਿੱਚ ਸਹਾਈ ਸਮਾਂ ਸਾਰਣੀ ਸਕੂਲ ਦੇ ਹਰ ਕੰਮ ਨੂੰ ਯੋਜਨਾਬੰਦ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ। ਸਮਾਂ ਸਾਰਣੀ ਦੀ ਸਹਾਇਤਾ ਨਾਲ ਅਧਿਆਪਕ ਉੱਚ ਸਮੇਂ ਦੀ ਜਮਾਤ ਨੂੰ ਉੱਚ ਵਿਸ਼ਾ ਪੜ੍ਹਾਉਂਦੇ ਹਨ। ਸਮੇਂ ਦੀ ਸ਼ਕਤੀ ਦੀ ਠੀਕ ਵਰਤੋਂ, ਸਮਾਂ ਸਾਰਣੀ ਸਕੂਲ ਦੇ ਪ੍ਰੋਗਰਾਮ ਤੇ ਕਿਰਿਆਵਾਂ ਨੂੰ ਯੋਜਨਾਬੰਦ ਕਰਨ ਵਿੱਚ ਸਹਾਇਤਾ ਕਰਦੀ ਹੈ। ਇਸ ਨਾਲ ਸਮੇਂ ਦੇ ਸ਼ਕਤੀ ਦੀ ਠੀਕ ਵਰਤੋਂ ਹੁੰਦੀ ਹੈ। ਅਧਿਆਪਕ ਦੇ ਕੰਮ ਦੀ ਠੀਕ ਵੰਡ ਹੋਣਾ, ਸਮਾਂ ਸਾਰਣੀ ਵਿੱਚ ਅਧਿਆਪਕ ਨੂੰ ਵੰਡੇ ਹੋਏ ਕੰਮਾਂ ਦਾ ਵੇਰਵਾ ਦਿੱਤਾ ਹੁੰਦਾ ਹੈ। ਪ੍ਰਿੰਸੀਪਲ ਜਦੋਂ ਸਮਾਂ ਸਾਰਣੀ ਨੂੰ ਵੇਖਦਾ ਹੈ ਅਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਅਧਿਆਪਕ ਪਾਸ ਕਿੰਨਾ ਕੰਮ ਹੈ, ਕਿਹੜੇ ਅਧਿਆਪਕ ਪਾਸ ਜ਼ਿਆਦਾ ਵੇਲਾ ਪੀਰੀਅਡ ਹੈ ਤੇ ਇਸ ਤਰ੍ਹਾਂ ਅਧਿਆਪਕ ਨੂੰ ਜ਼ਿਆਦਾ ਜਾਂ ਘੱਟ ਕੰਮ ਨਹੀਂ ਦਿੱਤਾ ਜਾਂਦਾ ਤੇ ਸਾਰੇ ਵਿਸ਼ਿਆਂ ਤੇ ਕਿਰਿਆਵਾਂ ਵੱਲ ਉਚਿਤ ਧਿਆਨ। ਸਮਾਂ ਸਾਰਣੀ ਦਾ ਇੱਕ ਇਹ ਵੀ ਮਹੱਤਵ ਹੈ ਕਿ ਇਸ ਨਾਲ ਸਾਰੇ ਵਿਸ਼ਿਆਂ ਤੇ ਕਿਰਿਆਵਾਂ ਵੱਲ ਉਚਿਤ ਧਿਆਨ ਦਿੱਤਾ ਜਾ ਸਕਦਾ ਹੈ। ਵਿਦਿਆਰਥੀਆਂ ਵਿੱਚ ਚੰਗੀਆਂ ਆਦਤਾਂ ਦਾ ਵਿਕਾਸ ਹੋਣਾ, ਸਮਾਂ ਸਾਰਣੀ ਦੀ ਸਹਾਇਤਾ ਨਾਲ ਵਿਦਿਆਰਥੀਆਂ ਵਿੱਚ ਉਚਿਤ ਸਮੇਂ ਤੇ ਕਰਮ ਅਨੁਸਾਰ ਕੰਮ ਕਰਨ ਦੀ ਆਦਤ ਦਾ ਵਿਕਾਸ ਕੀਤਾ ਜਾ ਸਕਦਾ ਹੈ। ਸਮਾਂ ਸਾਰਣੀ ਵਿਦਿਆਰਥੀਆਂ ਨੂੰ ਸਮੇਂ ਦਾ ਪਾਬੰਦ ਬਣਾਉਂਦੀ ਹੈ। ਅਨੁਸ਼ਾਸਨ ਵਿੱਚ ਸਹਾਈ, ਜੇਕਰ ਵਧੀਆ ਸਮਾਂ ਸਾਰਣੀ ਬਣੀ ਹੋਵੇ ਤਾਂ ਵਿਦਿਆਰਥੀ ਆਪਣੇ ਕੰਮ ਵਿੱਚ ਮਗਨ ਰਹਿੰਦੇ ਹਨ। ਉਹਨਾਂ ਵਿੱਚ ਕੰਮ ਕਰਨ ਦੀ ਦਿਲਚਸਪੀ ਬਣੀ ਰਹਿੰਦੀ ਹੈ ਜਿਸ ਕਾਰਨ ਅਨੁਸ਼ਾਸਨਹੀਨਤਾ ਪੈਦਾ ਨਹੀਂ ਹੁੰਦੀ। ਇਸੇ ਤਰ੍ਹਾਂ ਅਨੁਸ਼ਾਸਨ ਰੱਖਣ ਵਿੱਚ ਸਮਾਂ ਸਾਰਣੀ ਦਾ ਬਹੁਤ ਹੀ ਸਹਾਇਤਾ ਮਿਲਦੀ ਹੈ। ਸਕੂਲ ਦੇ ਉਦੇਸ਼ਾਂ ਬਾਰੇ ਗਿਆਨ ਦੇਣ ਵਿੱਚ ਸਹਾਈ, ਸਮਾਂ ਸਾਰਣੀ ਦੀ ਸਹਾਇਤਾ ਨਾਲ ਸਕੂਲ ਦੇ ਉਦੇਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਨੂੰ ਇੱਕ ਸ਼ੀਸ਼ਾ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਸਕੂਲ ਦੇ ਉਦੇਸ਼ਾਂ ਦਾ ਪ੍ਰੋਗਰਾਮ ਸਾਫ਼ ਅਤੇ ਸਪਸ਼ਟ
मतलब नजर आउंदा है। निजम ਅਤੇ संतुलित विकास ਨੂੰ सुनिश्चित ਕਰਨ ਵਿੱਚ ਸਹਾਈ ਸਮਾਂ ਸਾਰਣੀ ਦੀ ਸਹਾਇਤਾ ਨਾਲ ਵੱਖ-ਵੱਖ ਵਿਸ਼ਿਆਂ ਤੇ ਕਿਰਿਆਵਾਂ ਵਿੱਚ ਹੋਏ ਵਿਕਾਸ ਬਾਰੇ ਪਤਾ ਲੱਗਦਾ ਹੈ। ਸਮਾਂ ਸਾਰਣੀ ਦੇ ਨਤੀਜੇ ਵਜੋਂ ਨਿਯਮਤ ਆਏ मतलब संतुलित विकास निश्चित ਹੁੰਦਾ ਹੈ। ਮਨੋਵਿਗਿਆਨਿਕ ਲੋੜ ਉਚਿਤ ਸਮਾਂ ਸਾਰਣੀ ਵਿੱਚ ਥਕਾਵਟ ਤੇ ਆਰਾਮ ਵੱਲ ਧਿਆਨ ਦਿੱਤਾ ਜਾਂਦਾ ਹੈ ਤੇ ਕਈ ਵਾਰ ਇੱਕ ਹੀ ਵਿਸ਼ੇ ਨੂੰ ਜ਼ਿਆਦਾ ਦੇਰ ਤੱਕ ਪੜ੍ਹਨ ਤੇ ਪੜ੍ਹਾਉਣ ਨਾਲ ਵੀ ਥਕਾਵਟ ਹੋ ਜਾਂਦੀ ਹੈ। ਸਮਾਂ ਸਾਰਣੀ ਵਿੱਚ ਥਕਾਵਟ ਤੇ ਆਰਾਮ ਦੇ ਤੱਤ ਵੱਲ ਧਿਆਨ ਦੇਣਾ ਚਾਹੀਦਾ ਹੈ। ਸਮਾਂ ਯੋਜਨਾ ਕਰਨ ਵਿੱਚ ਸਹਾਇਕ ਹੋਣਾ ਵਿਦਿਆਰਥੀਆਂ ਦੀਆਂ ਸ਼ਕਤੀਆਂ ਯੋਗਤਾਵਾਂ ਤੇ ਲੋੜ ਦੇ ਅਨੁਸਾਰ ਸਕੂਲਾਂ ਦੇ ਕੰਮ ਨੂੰ ਸਮਾਂ ਸਾਰਣੀ ਵਿੱਚ ਸਮਾਜਿਤ ਕੀਤਾ ਜਾਂਦਾ ਹੈ। ਸਮਾਂ ਸਾਰਣੀ ਰਾਹੀਂ ਵਿਦਿਆਰਥੀਆਂ ਨੂੰ ਉਹਨਾਂ ਦੀ ਜ਼ਰੂਰਤਾਂ ਤੇ ਮਾਨਸਿਕ ਪੱਧਰ ਅਨੁਸਾਰ ਕੰਮ ਦਿੱਤਾ ਜਾਂਦਾ ਹੈ। ਸਮਾਂ ਸਾਰਣੀ ਦੀਆਂ ਕਿਸਮਾਂ ਬਾਰੇ ਦੱਸਦੇ ਹੋਏ ਸਮਾਂ ਸਾਰਣੀ ਬਣਾਉਣ ਦੇ ਸਿਧਾਂਤ ਬਾਰੇ ਹੁਣ ਤੁਹਾਨੂੰ ਦੱਸਾਂਗੇ। ਸਮਾਂ ਸਾਰਣੀ ਸਕੂਲ ਦੇ ਸਫਲਤਾਪੂਰਵਕ ਕੰਮ ਲਈ ਇੱਕ ਜ਼ਰੂਰੀ ਸਾਧਨ ਹੈ। ਇੱਕ ਪ੍ਰਭਾਵਸ਼ਾਲੀ ਸਮਾਂ ਸਾਰਣੀ ਉੱਤੇ ਹੀ ਸਕੂਲ ਦੀਆਂ ਸਫਲਤਾ ਜਿਹੜੀ ਆ ਉਹ ਨਿਰਭਰ ਕਰਦੀ ਹੈ। ਸਮਾਂ ਸਾਰਣੀ ਦੀਆਂ ਕਿਸਮਾਂ ਹਨ, ਜਿਵੇਂ ਸਾਰੇ ਸਕੂਲਾਂ ਦੀ ਹਰ ਇੱਕ ਜਮਾਤ ਦੀ ਤਸਵੀਰ ਸਮਾਂ ਸਾਰਣੀ ਹੁੰਦੀ ਹੈ। ਸਮਾਂ ਸਾਰਣੀ ਰਾਹੀਂ ਹਰ ਇੱਕ ਅਧਿਆਪਕ ਦੇ ਰੋਜ਼ਾਨਾ ਕੰਮ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਤੇ ਇਸ ਵਿੱਚ ਵਿਹਲੇ ਜਾਂ ਖਾਲੀ ਪੀਰੀਅਡ ਦਾ ਵੇਰਵਾ ਵੀ ਹੁੰਦਾ ਹੈ ਤੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਇਸ ਸਮਾਂ ਸਾਰਣੀ ਦੁਆਰਾ ਸਾਰੇ ਸਕੂਲ ਦਾ ਪ੍ਰੋਗਰਾਮ ਜਾਣਕਾਰੀ ਰੱਖ ਸਕਦਾ ਹੈ। ਜਮਾਤ ਸਮਾਂ ਸਾਰਣੀ ਜਿਸ ਸਮਾਂ ਸਾਰਣੀ ਦਾ ਪ੍ਰਬੰਧ ਜਮਾਤ ਨਾਲ ਹੀ ਹੁੰਦਾ ਹੈ ਉਸ ਨੂੰ ਜਮਾਤ ਸਮਾਂ ਸਾਰਣੀ ਕਿਹਾ ਜਾਂਦਾ ਹੈ। ਇਸ ਸਮਾਂ ਸਾਰਣੀ ਵਿੱਚ ਹਰ ਇੱਕ ਅਧਿਆਪਕ ਵੱਲੋਂ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਵੇਰਵਾ ਹੁੰਦਾ ਹੈ, ਜਿਵੇਂ ਖੇਡਾਂ, ਪਾਠਕ ਕਿਰਿਆਵਾਂ ਅਤੇ ਅੱਧੀ ਛੁੱਟੀ ਆਦਿ ਦਾ ਵੀ ਵੇਰਵਾ ਹੁੰਦਾ ਹੈ। ਹਰ ਜਮਾਤ ਵਿੱਚ ਸਮਾਂ ਸਾਰਣੀ ਦੇ ਅਨੁਸਾਰ ਹੀ मतलब काम करवाया जाता है। इस जमात विच मतलब हर जमात विच ये समा सारणी जिहड़ी आ इहदा मतलब होना जरूरी है ते हर जमात विच ये तकरीबन लगी ही हुंदी है। अध्यापकां दी समा सारणी अध्यापकां दे अनुसार समा सारणी नूं अध्यापकां दी समा सारणी कहा जाता है। अध्यापकां दे पीरियड नूं ਉਹਨਾਂ ਦੇ ਕੰਮ ਜ਼ਿੰਮੇਵਾਰੀਆਂ ਬਾਰੇ ਇਸ ਸਮਾਂ ਸਾਰਣੀ ਵਿੱਚ ਉਲੇਖ ਕੀਤੇ ਹੁੰਦੇ ਹਨ। ਇਸ ਸਮਾਂ ਸਾਰਣੀ ਦੀ ਇੱਕ ਕਾਪੀ ਪ੍ਰਿੰਸੀਪਲ ਮੁੱਖ ਅਧਿਆਪਕ ਪਾਸ ਹੁੰਦੀ ਹੈ ਅਤੇ ਦੂਜੀ ਸਟਾਫ ਰੂਮ ਵਿੱਚ ਲਗਾਈ ਹੁੰਦੀ ਹੈ। ਖਾਲੀ ਪੀਰੀਅਡ ਦਾ ਸਮਾਂ ਸਾਰਣੀ ਸਕੂਲ ਦੇ ਸਾਰੇ ਅਧਿਆਪਕਾਂ ਦੇ ਖਾਲੀ ਪੀਰੀਅਡ ਇਸ ਸਮਾਂ ਸਾਰਣੀ ਵਿੱਚ ਦਰਸਾਏ ਹੁੰਦੇ ਹਨ। ਜਿਹੜੇ ਅਧਿਆਪਕ ਛੁੱਟੀ ਤੇ ਹੁੰਦੇ ਹਨ ਉਹਨਾਂ ਦੇ ਪੀਰੀਅਡ ਲਗਾਉਣ ਵਿੱਚ ਇਹ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਜਮਾਤ ਦੇ ਵਿਦਿਆਰਥੀ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਅਨੁਸ਼ਾਸਨ ਬਣਿਆ ਰਹਿੰਦਾ ਹੈ ਕਲਾਸ ਵਿੱਚ। ਖੇਡਾਂ ਦੀ ਸਮਾਂ ਸਾਰਣੀ ਖੇਡਾਂ ਦੀ ਸਮਾਂ ਸਾਰਣੀ ਜਿਹੜੀ ਇਸ ਸਮਾਂ ਸਾਰਣੀ ਤੋਂ ਇਹ ਜਾਣਕਾਰੀ ਮਿਲ ਜਾਂਦੀ ਹੈ ਕਿ ਕਿਹੜੇ ਗਰੁੱਪ ਨੇ ਕਿਸ ਸਮੇਂ ਮੈਦਾਨ ਵਿੱਚ ਖੇਡਣ ਜਾਣਾ ਹੈ। ਤੇ ਸਹਾਇਕ ਪਾਠ ਕਿਰਿਆਵਾਂ ਦੀ ਸਮਾਂ ਸਾਰਣੀ ਸਹਾਇਕ ਪਾਠ ਕਿਰਿਆਵਾਂ ਸੰਬੰਧੀ ਸਮਾਂ ਸਾਰਣੀ ਸੈਸ਼ਨ ਦੇ ਸ਼ੁਰੂ ਵਿੱਚ ਹੀ ਬਣਾਈ ਜਾਂਦੀ ਹੈ। ਇਸ ਵਿੱਚ ਕਿਰਿਆਵਾਂ ਦਾ ਨਾਂ, ਮਿਤੀ, ਸਮਾਂ, ਥਾਂ ਤੇ ਸੰਬੰਧਿਤ ਅਧਿਆਪਕ ਦਾ ਨਾਂ ਆਦਿ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਸਮਾਂ ਸਾਰਣੀ ਤੋਂ ਵਿਦਿਆਰਥੀ ਨੂੰ ਆਪਣੀ ਰੁਚੀ ਦੀ ਕਿਰਿਆਵਾਂ ਦੀ ਚੋਣ ਕਰਨ ਵਿੱਚ ਸਹਾਇਤਾ ਮਿਲਦੀ ਹੈ। ਘਰ ਦੇ ਕੰਮ ਦੀ ਸਮਾਂ ਸਾਰਣੀ ਅਧਿਆਪਕ ਦੁਆਰਾ ਵਿਦਿਆਰਥੀ ਨੂੰ ਦਿੱਤੇ ਜਾਣ ਵਾਲੇ ਘਰ ਦੇ ਕੰਮ ਦਾ ਵੇਰਵਾ ਇਸ ਸਮਾਂ ਸਾਰਣੀ ਵਿੱਚ ਹੀ ਹੁੰਦਾ ਹੈ।
ਸਕੂਲ ਦੀ ਕਿਸਮ ਪੱਥਰ ਜ਼ਰੂਰਤਾਂ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਣਾ। ਸਮਾਂ ਸਾਰਣੀ ਬਣਾਉਣ ਸਮੇਂ ਸਕੂਲ ਦੀ ਕਿਸਮ ਪੱਥਰ ਜ਼ਰੂਰਤ ਤੇ ਉਦੇਸ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਵੱਡੇ ਸਕੂਲਾਂ ਵਿੱਚ ਪੀਰੀਅਡ ਦਾ ਸਮਾਂ ਜ਼ਿਆਦਾ ਤੇ ਛੋਟੇ ਸਕੂਲਾਂ ਵਿੱਚ ਪੀਰੀਅਡ ਦਾ ਸਮਾਂ ਘੱਟ ਹੁੰਦਾ ਹੈ। ਪਿੰਡਾਂ ਤੇ ਸ਼ਹਿਰਾਂ ਦੇ ਸਕੂਲਾਂ ਦੀਆਂ ਲੋੜਾਂ ਵੱਖ-ਵੱਖ ਹੁੰਦੀਆਂ ਹਨ। ਲੜਕੀਆਂ ਦੇ ਸਕੂਲਾਂ ਅਤੇ ਲੜਕਿਆਂ ਦੇ ਸਕੂਲਾਂ, ਸਹੀ ਸਿੱਖਿਆ ਦੇ ਸਕੂਲ, ਦੋਹਰੀ ਸ਼ਿਫਟ ਵਾਲੇ ਸਕੂਲਾਂ ਦੀਆਂ ਵੱਖ-ਵੱਖ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹਨਾਂ ਦਾ ਹੱਲ ਸਮਾਂ ਸਾਰਣੀ ਰਾਹੀਂ ਕੀਤਾ ਜਾ ਸਕਦਾ ਹੈ। ਵਿਭਾਗ ਦੇ ਨਿਯਮ। ਸਮਾਂ ਸਾਰਣੀ ਬਣਾਉਣ ਸਮੇਂ ਵਿਭਾਗ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਵੱਖ-ਵੱਖ ਰਾਜਾਂ ਵਿੱਚ ਸਿੱਖਿਆ ਵਿਭਾਗ ਹੁੰਦੇ ਹਨ। ਇਹਨਾਂ ਸਕੂਲਾਂ ਵਿੱਚ ਅਧਿਆਪਕ ਦੇ ਸਮੇਂ ਹਰ ਇੱਕ ਵਿਸ਼ਾ ਪੜ੍ਹਾਉਣ ਦੇ ਸਮੇਂ ਤੇ ਵਿਸ਼ੇਸ਼ ਵਿਸ਼ਿਆਂ ਦੀ ਲਾਜ਼ਮੀ ਪੜ੍ਹਾਈ ਆਦਿ ਦਾ ਫੈਸਲਾ ਕਰਦੇ ਹਨ। ਵਿਸ਼ਿਆਂ ਦੀ ਲੋੜ ਅਤੇ ਕਠਿਨਾਈ। ਸਮਾਂ ਸਾਰਣੀ ਬਣਾਉਂਦੇ ਸਮੇਂ ਵਿਸ਼ਿਆਂ ਦੀ ਲੋੜ ਤੇ ਕਠਿਨਾਈ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਮੁੱਢਲੀ ਜਮਾਤਾਂ ਵਿੱਚ ਪੜ੍ਹਾਉਣ ਲਿਖਾਉਣ ਦੇ ਹਿਸਾਬ ਦੇ ਪ੍ਰਸ਼ਨ ਕੱਢਣ ਤੇ ਜ਼ੋਰ ਦੇਣਾ ਚਾਹੀਦਾ ਹੈ। ਹਾਈ ਸਕੂਲਾਂ ਵਿੱਚ ਗਣਿਤ ਅਤੇ ਅੰਗਰੇਜ਼ੀ ਨੂੰ ਜ਼ਿਆਦਾ ਸਮਾਂ ਪੀਰੀਅਡ ਪਹਿਲੇ ਸਮੇਂ ਵਿੱਚ ਰੱਖਦੇ ਹਨ। ਇਹ ਪੀਰੀਅਡ ਜਿਹੜੇ ਨੇ ਅੰਗਰੇਜ਼ੀ ਅਤੇ ਮੈਥ ਦੇ ਪੀਰੀਅਡ ਜਿਹੜੇ ਆ ਉਹ ਪਹਿਲੇ ਸਮੇਂ ਵਿੱਚ ਰੱਖੇ ਜਾਂਦੇ ਹਨ। ਤੇ ਸ਼ਿਲਪ ਕਲਾ ਦੇ ਜਿਹੜੇ ਕੰਮ ਨੇ ਉਹਨਾਂ ਦਾ ਜ਼ਿਆਦਾ ਸਮਾਂ, ਜਿੱਦਾਂ ਕਿ ਪਿੰਡਾਂ ਦੇ ਸਕੂਲਾਂ ਵਿੱਚ ਬਾਗਬਾਨੀ ਤੇ ਖੇਤੀ ਨੂੰ ਜ਼ਿਆਦਾ ਸਮਾਂ ਜਿਹੜਾ ਉਹ ਦਿੱਤਾ ਜਾਂਦਾ ਹੈ। ਥਕਾਵਟ ਦਾ ਨਿਯਮ। ਥਕਾਵਟ ਦਾ ਨਿਯਮ। ਕੁਝ ਵਿਸ਼ੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਪੜ੍ਹਨ ਵਿੱਚ ਵਿਦਿਆਰਥੀ ਨੂੰ ਬੁੱਧੀ ਤੇ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਹੈ। ਗਣਿਤ ਤੇ ਅੰਗਰੇਜ਼ੀ ਦੇ ਵਿਸ਼ੇ ਔਖੇ ਵਿਸ਼ੇ ਸਮਝੇ ਜਾਂਦੇ ਹਨ ਤੇ ਇਹਨਾਂ ਨਾਲ ਥਕਾਵਟ ਵੀ ਬਹੁਤ ਹੁੰਦੀ ਹੈ। ਸਵੇਰੇ ਮਾਨਸਿਕ ਤਾਜ਼ਗੀ ਜ਼ਿਆਦਾ ਹੋਣ ਕਰਕੇ ਇਹਨਾਂ ਅੰਗਰੇਜ਼ੀ, ਗਣਿਤ, ਵਿਗਿਆਨ ਆਦਿ ਨੂੰ ਪਹਿਲੇ ਪੀਰੀਅਡ ਵਿੱਚ ਹੀ ਰੱਖਣਾ ਚਾਹੀਦਾ ਹੈ। ਅੱਧੀ ਛੁੱਟੀ ਤੋਂ ਬਾਅਦ ਫਿਰ ਔਖਾ ਵਿਸ਼ਾ ਰੱਖ ਕੇ ਆਖਰ ਵਿੱਚ ਸਰਲ ਵਿਸ਼ੇ ਤੇ ਸ਼ਿਲਪ ਦਾ ਕੰਮ ਰੱਖਣਾ ਚਾਹੀਦਾ ਹੈ। ਇਸ ਪ੍ਰਕਾਰ ਮੰਗਲਵਾਰ ਤੇ ਬੁੱਧਵਾਰ ਦੇ ਦਿਨ ਚੰਗੇ ਮੰਨੇ ਜਾਂਦੇ ਹਨ। ਸ਼ਨੀਵਾਰ ਵਾਲੇ ਦਿਨ ਤੱਕ ਵਿਦਿਆਰਥੀਆਂ ਵਿੱਚ ਜੋਸ਼ ਘਟ ਜਾਂਦਾ ਹੈ ਅਤੇ ਸੋਮਵਾਰ ਵਾਲਾ ਦਿਨ ਜਿਹੜਾ ਉਹ ਗਰਮ ਹੋਣ ਵਿੱਚ ਨਿਕਲ ਜਾਂਦਾ ਹੈ। ਅੱਗੇ ਆ ਗਿਆ ਸਾਡਾ ਪ੍ਰਾਪਤ ਸਮੇਂ ਦੀ ਠੀਕ ਵਰਤੋਂ। ਸਮਾਂ ਸਾਰਣੀ ਬਣਾਉਂਦੇ ਸਮੇਂ ਸਾਰੇ ਸਾਲ ਦੇ ਕੁੱਲ ਦਿਨ, ਹਰ ਰੋਜ਼ ਕੰਮ ਕਰਨ ਦੇ ਪੀਰੀਅਡ, ਹਰ ਵਿਸ਼ੇ ਤੇ ਹਰ ਸਹਾਇਕ ਪਾਠ ਕਿਰਿਆਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਕੁਝ ਰਾਜਾਂ ਵਿੱਚ ਸਿੱਖਿਆ ਅਧਿਕਾਰੀ ਇਹਨਾਂ ਦਾ ਫੈਸਲਾ ਕਰਦੇ ਹਨ ਅਤੇ ਕੁਝ ਰਾਜਾਂ ਵਿੱਚ ਇਹਨਾਂ ਗੱਲਾਂ ਦਾ ਫੈਸਲਾ ਸਕੂਲ ਅਧਿਕਾਰੀ ਕਰਦੇ ਹਨ। ਵੰਨ ਸੁਵੰਨਤਾ। ਕੰਮ ਵਿੱਚ ਤਬਦੀਲੀ ਜੀਵਨ ਦਾ ਅੰਗ ਹੈ। ਸਾਰੀਆਂ ਜਮਾਤਾਂ ਨੂੰ ਸਾਰੇ ਦਿਨ ਇੱਕ ਹੀ ਕਮਰੇ ਵਿੱਚ ਨਹੀਂ ਬਿਠਾਉਣਾ ਚਾਹੀਦਾ। ਔਖੇ ਤੇ ਸੌਖੇ ਵਿਸ਼ੇ ਪੜ੍ਹਾਉਣ ਦਾ ਪ੍ਰਬੰਧ ਵਾਰੀ-ਵਾਰੀ ਕਰਨਾ ਚਾਹੀਦਾ ਹੈ। ਕਿਸੇ ਵੀ ਵਿਸ਼ੇ ਤੇ ਪ੍ਰੈਕਟੀਕਲ ਤੋਂ ਬਿਨਾਂ ਲਗਾਤਾਰ ਪੀਰੀਅਡ ਨਹੀਂ ਹੋਣਾ ਚਾਹੀਦਾ। ਇੱਕ ਜਮਾਤ ਲਈ ਅਧਿਆਪਕ ਬਦਲਦੇ ਰਹਿਣੇ ਚਾਹੀਦੇ ਹਨ। 1 ਘੰਟੇ ਨੂੰ ਲੋੜ ਅਨੁਸਾਰ ਸੁਣਨ, ਬੋਲਣ ਤੇ ਲਿਖਣ ਵਿੱਚ ਵੰਡਿਆ ਹੋਣਾ ਚਾਹੀਦਾ ਹੈ। ਅੱਗੇ ਲਚਕ। ਸਮਾਂ ਸਾਰਣੀ ਨੂੰ ਹਮੇਸ਼ਾ ਹੀ ਨਰਮ ਤੇ ਲਚੀਲਾ ਬਣਾਉਣਾ ਚਾਹੀਦਾ ਹੈ। ਸਮਾਂ ਸਾਰਣੀ ਵਿੱਚ ਉਦੇਸ਼ ਨੂੰ ਪੂਰਨ ਕਰਨ ਦਾ ਸਾਧਨ ਹੈ। ਇਹ ਇੱਕ ਸੇਵਕ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ, ਮਾਲਕ ਦੇ ਰੂਪ ਵਿੱਚ ਨਹੀਂ ਹੋਣੀ ਚਾਹੀਦੀ। ਇਸ ਵਿੱਚ ਜ਼ਰੂਰਤ ਅਨੁਸਾਰ ਤਬਦੀਲੀ ਲਿਆਉਣ ਦੀ ਗੁੰਜਾਇਸ਼ ਹੋਵੇ। ਆਰਾਮ ਤੇ ਮਨੋਰੰਜਨ ਦੀਆਂ ਕਿਰਿਆਵਾਂ ਦਾ ਪ੍ਰਬੰਧ, ਯਾਨੀ ਕਿ ਰੈਸਟ। ਸਮਾਂ ਸਾਰਣੀ ਬਣਾਉਣ ਦੇ ਸਮੇਂ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਵਿੱਚ ਆਰਾਮ ਤੇ ਮਨੋਰੰਜਨ ਦੀਆਂ ਕਿਰਿਆਵਾਂ ਦਾ ਪ੍ਰਬੰਧ ਹੋਵੇ। ਸਮਾਂ ਸਾਰਣੀ ਵਿੱਚ ਅੱਧੀ ਛੁੱਟੀ
40 ਮਿੰਟ ਤੋਂ ਜ਼ਿਆਦਾ ਨਾ ਹੋਵੇ। ਬੱਚਿਆਂ ਨੂੰ ਅੱਧੀ ਛੁੱਟੀ ਵੇਲੇ ਅਧਿਆਪਕ ਨੂੰ ਪੜ੍ਹਾਉਣਾ ਨਹੀਂ ਚਾਹੀਦਾ। ਮਨੋਰੰਜਨ ਤੇ ਆਰਾਮ ਵਿੱਚ ਖੇਡਾਂ, ਸਰੀਰਕ ਕਸਰਤ, ਡਰਿਲ ਤੇ ਹੋਰ ਕਿਰਿਆਵਾਂ ਆ ਜਾਂਦੀਆਂ ਹਨ। ਸਮਾਂ ਸਾਰਣੀ ਵਿੱਚ ਇਹਨਾਂ ਦੀ ਥਾਂ ਹੋਣੀ ਚਾਹੀਦੀ ਹੈ। ਅਧਿਆਪਕ ਲਈ ਖਾਲੀ ਪੀਰੀਅਡ ਦੇਣਾ। ਸਮਾਂ ਸਾਰਣੀ ਬਣਾਉਂਦੇ ਸਮੇਂ ਅਧਿਆਪਕ ਲਈ ਕੁਝ ਖਾਲੀ ਪੀਰੀਅਡ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਅਧਿਆਪਕ ਦੇ ਖਾਲੀ ਪੀਰੀਅਡ ਸਾਰੇ ਹਫ਼ਤੇ ਵਿੱਚ ਵੰਡੇ ਹੋਣੇ ਚਾਹੀਦੇ ਹਨ। ਭਾਸ਼ਾ ਦੇ ਅਧਿਆਪਕ ਨੂੰ ਬੱਚਿਆਂ ਦੀ ਕਾਪੀ ਵਿੱਚ ਸੁਧਾਈ ਕਰਨ ਲਈ ਖਾਲੀ ਪੀਰੀਅਡ ਦੀ ਜ਼ਰੂਰਤ ਪੈਂਦੀ ਹੈ। ਸਟਾਫ ਸਾਧਨ ਤੇ ਸਕੂਲ ਇਮਾਰਤ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਮਾਂ ਸਾਰਣੀ ਬਣਾਉਂਦੇ ਸਮੇਂ ਸਟਾਫ ਸਾਧਨ ਤੇ ਸਕੂਲ ਇਮਾਰਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਵਿਦਿਆਰਥੀ ਦੀ ਗਿਣਤੀ, ਲੋੜੀਂਦਾ ਸਮਾਨ ਤੇ ਫਰਨੀਚਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਵਿਗਿਆਨ ਦਾ ਕੰਮ, ਭੂਗੋਲ ਦਾ ਕੰਮ, ਗਣਿਤ ਦਾ ਕਮਰੇ ਦਾ ਪ੍ਰਬੰਧ ਹੋਵੇ ਤਾਂ ਜੋ ਸਮਾਂ ਸਾਰਣੀ ਬਣਾਉਂਦੇ ਸਮੇਂ ਇਹ ਧਿਆਨ ਰੱਖਣਾ ਪਵੇਗਾ ਕਿ ਇਹਨਾਂ ਕਮਰਿਆਂ ਵਿੱਚ ਇੱਕ ਸਮੇਂ ਵਿੱਚ ਇੱਕ ਹੀ ਜਮਾਤ ਆਵੇ। ਸਹਾਇਕ ਪਾਠ ਕਿਰਿਆਵਾਂ ਨੂੰ ਧਿਆਨ ਵਿੱਚ ਰੱਖਣਾ। ਸਮਾਂ ਸਾਰਣੀ ਬਣਾਉਂਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਹਾਇਕ ਪਾਠ ਕਿਰਿਆਵਾਂ ਨੂੰ ਉਚਿਤ ਥਾਂ ਮਿਲੇ। ਘਰ ਦਾ ਕੰਮ ਚੈੱਕ ਕਰਨ ਲਈ ਸਮਾਂ ਸਾਰਣੀ ਵਿੱਚ ਵਿਸ਼ੇਸ਼ ਸਮੇਂ ਦਾ ਵਰਣਨ ਹੋਣਾ ਚਾਹੀਦਾ ਹੈ। ਸਾਦੀ ਪਰ ਵਿਸਥਾਰ ਪੂਰਵਕ ਸਮਾਂ ਸਾਰਣੀ। ਸਮਾਂ ਸਾਰਣੀ ਸਾਦੀ, ਸਮਝ ਵਿੱਚ ਆਉਣ ਵਾਲੀ ਹੋਣੀ ਚਾਹੀਦੀ ਹੈ। ਇਸ ਵਿੱਚ ਇਹ ਵੇਰਵਾ ਜ਼ਰੂਰ ਹੋਵੇ ਕਿ ਕਿਹੜੀ ਜਮਾਤ ਨੇ ਕਿਹੜੇ ਕਮਰੇ ਵਿੱਚ ਕਿਹੜੇ ਵਿਸ਼ੇ ਨੂੰ ਕਿਹੜੇ ਸਮੇਂ ਪੜ੍ਹਨਾ ਹੈ, ਕਦੋਂ ਪ੍ਰਯੋਗਸ਼ਾਲਾ ਦੀ ਵਰਤੋਂ ਕਰਨੀ ਹੈ, ਕਦੋਂ ਲਾਇਬ੍ਰੇਰੀ ਵਿੱਚ ਜਾਣਾ ਹੈ, ਕਦੋਂ ਖੇਡ ਦੇ ਮੈਦਾਨ ਵਿੱਚ ਜਾਣਾ ਹੈ। ਸਮਾਂ ਸਾਰਣੀ ਦੇ ਦੋਸ਼। ਵਿਅਕਤੀਗਤ ਭਿੰਨਤਾ ਵੱਲ ਧਿਆਨ ਨਾ ਦੇਣਾ। ਸਾਰੇ ਵਿਦਿਆਰਥੀ ਇੱਕੋ ਜਿਹੇ ਨਹੀਂ ਹੁੰਦੇ, ਉਹਨਾਂ ਵਿੱਚ ਵਿਅਕਤੀਗਤ ਭਿੰਨਤਾ ਪਾਈ ਜਾਂਦੀ ਹੈ। ਇਹ ਸਮਾਂ ਸਾਰਣੀ ਸਾਰੇ ਵਿਦਿਆਰਥੀਆਂ ਤੇ ਇੱਕੋ ਜਿਹੀ ਲਾਗੂ ਹੁੰਦੀ ਹੈ। ਇਹ ਵਿਦਿਆਰਥੀਆਂ ਦੀ ਵਿਅਕਤੀਗਤ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੰਦੀ। ਪੁਰਾਣਾ ਸਾਧਨ। ਇਹ ਸਮਾਂ ਸਾਰਣੀ ਦਾ ਪੁਰਾਣਾ ਸਿਧਾਂਤ ਵਿਸ਼ਾ ਕੇਂਦਰਿਤ ਹੈ, ਜਦੋਂ ਕਿ ਹੁਣ ਵਿਦਿਆਰਥੀ ਦੀ ਵਿਅਕਤੀਗਤ ਕਿਰਿਆਵਾਂ ਦੀ ਸਿੱਖਿਆ ਦਾ ਸਿਧਾਂਤ ਮੰਨਿਆ ਜਾਂਦਾ ਹੈ। ਕਠੋਰਤਾ। ਸਮਾਂ ਸਾਰਣੀ ਵਿੱਚ ਆਮ ਕਰਕੇ ਕਠੋਰਤਾ ਦਿਖਾਈ ਦਿੰਦੀ ਹੈ। ਜਮਾਤ ਪੜ੍ਹਾਈ ਤੇ ਜ਼ੋਰ। ਸਮਾਂ ਸਾਰਣੀ ਵਿੱਚ ਜ਼ਿਆਦਾ ਕਰਕੇ ਜਮਾਤ ਪੜ੍ਹਾਈ ਤੇ ਜ਼ੋਰ ਦਿੱਤਾ ਜਾਂਦਾ ਹੈ। ਸਹਾਇਕ ਪਾਠ ਕਿਰਿਆਵਾਂ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ। ਅੱਗੇ ਆ ਗਿਆ ਪਾਠ ਸਹਾਇਕ ਕਿਰਿਆਵਾਂ। ਕੋ-ਕਰਿਕੂਲਰ ਐਕਟੀਵਿਟੀਜ਼। ਪਾਠ ਸਹਾਇਕ ਕਿਰਿਆਵਾਂ ਕੀ ਹਨ? ਪਾਠ ਸਹਾਇਕ ਕਿਰਿਆਵਾਂ ਨੂੰ ਕਿਸੇ ਸਮੇਂ ਫਾਲਤੂ ਅਤੇ ਫਜ਼ੂਲ ਖਰਚੀ ਸਮਝਿਆ ਜਾਂਦਾ ਸੀ, ਪਰ ਅੱਜ ਇਹਨਾਂ ਕਿਰਿਆਵਾਂ ਨੂੰ ਸਕੂਲ ਕਿਰਿਆਵਾਂ ਦਾ ਇੱਕ ਅਨਿੱਖੜਵਾਂ ਅੰਗ ਸਮਝਿਆ ਜਾਂਦਾ ਹੈ। ਪੜ੍ਹਾਈ ਨਾਲ ਜੁੜੀਆਂ ਜਿਹੜੀਆਂ ਕਿਰਿਆਵਾਂ ਜਮਾਤ ਤੋਂ ਬਾਹਰ ਕਰਵਾਈਆਂ ਜਾਣ, ਜਿਵੇਂ ਲੈਕਚਰ, ਭਾਸ਼ਣ, ਮੁਕਾਬਲੇ, ਕੰਪੀਟੀਸ਼ਨ, ਸਾਇੰਸ ਦੀ ਨੁਮਾਇਸ਼ ਆਦਿ ਨੂੰ ਪਾਠ ਸੰਬੰਧੀ ਕਿਰਿਆਵਾਂ ਕਿਹਾ ਜਾਂਦਾ ਹੈ। ਜਿਹੜੀਆਂ ਸਰਗਰਮੀਆਂ ਉਦਾਹਰਨ ਦੇ ਲਈ ਖੇਡਾਂ, ਦਰਿਆਵਾਂ, ਪਹਾੜਾਂ ਤੇ NCC, NSS, ਸਕੌਟਿੰਗ, ਗਰਲ ਗਾਈਡਿੰਗ ਆਦਿ ਸਕੂਲੀ ਪੜ੍ਹਾਈ ਨਾਲ ਸੰਬੰਧਿਤ ਨਹੀਂ ਹੁੰਦੀਆਂ, ਸਗੋਂ ਵਿਦਿਆਰਥੀ ਦੀ ਸ਼ਖਸੀਅਤ ਅਤੇ ਸਰੀਰਕ, ਸਮਾਜਿਕ ਅਤੇ ਅਧਿਆਤਮਿਕ ਪੱਖ ਨਾਲ ਸੰਬੰਧਿਤ ਹੁੰਦੀਆਂ ਹਨ, ਨੂੰ ਪਾਠ ਸਹਾਇਕ ਕਿਰਿਆਵਾਂ ਕਿਹਾ ਜਾਂਦਾ ਹੈ। ਇਹ ਦੋਵੇਂ ਕਿਰਿਆਵਾਂ ਆਪਸ ਵਿੱਚ ਸੰਬੰਧਿਤ ਹੁੰਦੀਆਂ ਹਨ। ਜ਼ਰੂਰਤ ਅਤੇ ਮਹੱਤਵ। ਸਿੱਖਿਆ ਦਾ ਮਹੱਤਵ ਮਨੁੱਖ ਦੇ ਵਿਅਕਤੀਗਤ ਦਾ ਸਮੁੱਚਾ ਵਿਕਾਸ ਜਿਹੜਾ ਕਰਨਾ ਹੈ,
ਇਹ ਸਮੁੱਚਾ ਵਿਕਾਸ ਕੇਵਲ ਜਮਾਤ ਵਿਚਲੀ ਪੜ੍ਹਾਈ ਨਾਲ ਨਹੀਂ ਹੋ ਸਕਦਾ। ਇਸ ਵਿਕਾਸ ਲਈ ਭਿੰਨ ਭਿੰਨ ਕਿਰਿਆਵਾਂ ਦੀ ਲੋੜ ਹੈ। ਪਾਠ ਸਹਾਇਕ ਕਿਰਿਆਵਾਂ ਸਕੂਲ ਦੀ ਨਿਰਸਤਾ ਨੂੰ ਤੋੜਦੀਆਂ ਹਨ, ਵਿਦਿਆਰਥੀਆਂ ਨੂੰ ਕਿਰਿਆਸ਼ੀਲ ਬਣਾਉਂਦੀਆਂ ਹਨ। ਇਹਨਾਂ ਦੇ ਅੱਖੜ ਅਤੇ ਰੁੱਖੇ ਵਿਵਹਾਰ ਵਿੱਚ ਨਰਮੀ ਪੈਦਾ ਕਰਦੀਆਂ ਹਨ। ਸੈਕੰਡਰੀ ਸਿੱਖਿਆ ਕਮਿਸ਼ਨਰ ਦੇ ਅਨੁਸਾਰ ਪਾਠ ਸਹਾਇਕ ਕਿਰਿਆਵਾਂ ਸਕੂਲ, ਕਾਲਜ ਦਾ ਇੱਕ ਹਿੱਸਾ ਹਨ। ਇਹਨਾਂ ਦੀ ਉਚਿਤ ਗਠਨ ਦੇ ਲਈ ਸਾਵਧਾਨੀ ਅਤੇ ਅੰਤਰਦ੍ਰਿਸ਼ਟੀ ਦੀ ਲੋੜ ਹੈ। ਇਹਨਾਂ ਕਿਰਿਆਵਾਂ ਦਾ ਉਚਿਤ ਸੰਚਾਲਿਤ ਕੀਤਾ ਜਾਵੇ ਤਾਂ ਕਿ ਮਹੱਤਵਪੂਰਨ ਦ੍ਰਿਸ਼ਟੀਕੋਣ ਅਤੇ ਗੁਣਾਂ ਦੇ ਵਿਕਾਸ ਵਿੱਚ ਸਹਾਈ ਹੋ ਸਕਦੀਆਂ ਹਨ। ਪ੍ਰੇਰਨਾ, ਇਹ ਕਿਰਿਆਵਾਂ ਸਕੂਲ ਦੇ ਕੰਮ ਨੂੰ ਰੌਚਕ ਬਣਾਉਂਦੀਆਂ ਹਨ, ਸਕੂਲ ਨੂੰ ਆਕਰਸ਼ਿਤ ਬਣਾਉਂਦੀਆਂ ਹਨ। ਬੱਚੇ ਇਹਨਾਂ ਕਿਰਿਆਵਾਂ ਕਰਕੇ ਸਕੂਲ ਜਾਣਾ ਪਸੰਦ ਕਰਦੇ ਹਨ। ਇਹਨਾਂ ਕਿਰਿਆਵਾਂ ਦਾ ਲਾਭ ਉਠਾ ਕੇ ਬੱਚਿਆਂ ਨੂੰ ਪੜ੍ਹਾਇਆ ਅਤੇ ਪ੍ਰੇਰਿਤ ਕੀਤਾ ਜਾ ਸਕਦਾ ਹੈ। ਅੱਗੇ ਸਾਡਾ ਆ ਗਿਆ ਸਰੀਰਕ ਵਿਕਾਸ। ਖੇਡਾਂ, NCC, NSS ਆਦਿ ਪਾਠ ਸਹਾਇਕ ਕਿਰਿਆਵਾਂ ਜਿਹੜਾ ਆ ਉਹ ਵਿਦਿਆਰਥੀਆਂ ਦੇ ਸਰੀਰ ਵਿਕਾਸ ਵਿੱਚ ਸਹਾਇਤਾ ਕਰਦੀਆਂ ਹਨ। ਅਰਸਤੂ ਦਾ ਕਹਿਣਾ ਹੈ ਕਿ ਸਵਸਥ ਸਰੀਰ ਵਿੱਚ ਵਸਤ ਮਨ ਦਾ ਵਿਕਾਸ ਹੁੰਦਾ ਹੈ। ਸਵਸਥ ਮਨ ਦਾ ਜਿਹੜਾ ਉਹ ਵਿਕਾਸ ਹੁੰਦਾ ਹੈ। ਇਹ ਕਿਰਿਆਵਾਂ ਜਿਹੜਾ ਵਿਦਿਆਰਥੀ ਦੇ ਸਰੀਰ ਨੂੰ ਚੁਸਤ ਕਰਦੀਆਂ ਹਨ, ਉਹਨਾਂ ਨੂੰ ਸਹਿਣਸ਼ੀਲਤਾ ਜਿਹੜੀ ਆ, ਸਹਿਯੋਗ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ, ਦਿਮਾਗ ਨੂੰ ਤਾਜ਼ਾ ਰੱਖਦੀਆਂ ਹਨ। ਇਹਨਾਂ ਕਿਰਿਆਵਾਂ ਦੀ ਸਹਾਇਤਾ ਨਾਲ ਵਿਦਿਆਰਥੀ ਨੂੰ ਅੰਦਰੂਨੀ ਸ਼ਕਤੀ ਦੀ ਵਰਤੋਂ ਕਰਨ ਦਾ ਮੌਕਾ ਮਿਲਦਾ ਹੈ। ਮਾਨਸਿਕ ਵਿਕਾਸ, ਇਹਨਾਂ ਕਿਰਿਆਵਾਂ ਕਾਰਨ ਵਿਦਿਆਰਥੀਆਂ ਦੀਆਂ ਮਨੋਵਿਗਿਆਨਿਕ ਲੋੜਾਂ ਪੂਰੀਆਂ ਹੁੰਦੀਆਂ ਹਨ। ਇਹਨਾਂ ਰਾਹੀਂ ਬੱਚੇ ਮਨ ਅਤੇ ਦਿਮਾਗੀ ਪੜਾਸ, ਵਲਵਲਾ ਤੇ ਪ੍ਰਗਟਾਵਾ ਕਰਦੇ ਹਨ, ਜਿਸ ਨਾਲ ਉਹਨਾਂ ਦੀ ਮਾਨਸਿਕ ਸਿਹਤ ਠੀਕ ਰਹਿੰਦੀ ਹੈ ਤੇ ਬੱਚੇ ਜਿਹੜੇ ਭੈੜੀਆਂ ਆਦਤਾਂ, ਭੈੜੀ ਸੰਗਤ ਤੋਂ ਬਚੇ ਰਹਿੰਦੇ ਹਨ। ਇਹ ਕਿਰਿਆਵਾਂ ਬੱਚਿਆਂ ਦੇ ਅੰਦਰ ਛੁਪੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਢੁਕਵਾਂ ਸਾਧਨ ਹੈ। ਸਮਾਜਿਕ ਵਿਕਾਸ, ਇਹ ਕਿਰਿਆਵਾਂ ਵਿਦਿਆਰਥੀਆਂ ਵਿੱਚ ਸਮੂਹ ਭਾਵਨਾਵਾਂ, ਸਮਾਜ ਦੀ ਭਾਵਨਾ ਅਤੇ ਵਫਾਦਾਰੀ ਦੀ ਭਾਵਨਾ ਪੈਦਾ ਕਰਦੀ ਹੈ। ਬੱਚੇ ਸਮਾਜਿਕ ਕਿਰਿਆਵਾਂ ਵਿੱਚ ਹਿੱਸਾ ਲੈ ਕੇ ਸਮਾਜਿਕ ਵਿਕਾਸ ਕਰਦੇ ਹਨ, ਉਹ ਸਵੈ ਕੇਂਦਰਿਤ ਨਹੀਂ ਕਰਦੇ। ਇਸ ਪ੍ਰਕਾਰ ਬੱਚਿਆਂ ਦਾ ਸਮਾਜੀਕਰਨ ਹੁੰਦਾ ਹੈ। ਸੱਭਿਆਚਾਰਕ ਲਾਭ ਤੇ ਇਹਨਾਂ ਕਿਰਿਆਵਾਂ ਦੁਆਰਾ ਲੋਕ ਗੀਤ ਜਿਹੜੇ ਆ, ਲੋਕ ਨਾਟਕ, ਧਾਰਮਿਕ, ਸਮਾਜਿਕ ਅਤੇ ਰਾਸ਼ਟਰੀ ਸਮਾਰੋਹ ਸਮਝਣ ਦਾ ਵਿਦਿਆਰਥੀਆਂ ਨੂੰ ਮੌਕਾ ਮਿਲਦਾ ਹੈ। ਅਕਾਦਮਿਕ ਵਿਕਾਸ, ਜਮਾਤ ਦੀ ਪੜ੍ਹਾਈ ਦਿਮਾਗੀ ਵਿਕਾਸ ਕਰਨ ਲਈ ਦਿੱਤੀ ਜਾਂਦੀ ਹੈ, ਪਰ ਇਹ ਸਮੂਹਿਕ ਹੁੰਦੀ ਹੈ ਅਤੇ ਵਿਅਕਤੀਗਤ ਵਿਕਾਸ ਬਾਰੇ ਕੋਈ ਵੀ ਧਿਆਨ ਨਹੀਂ ਦਿੰਦੀ। ਇਹ ਕਿਰਿਆਵਾਂ ਬੱਚਿਆਂ ਦੇ ਸਮੂਹਿਕ ਅਤੇ ਵਿਅਕਤੀਗਤ ਵਿਕਾਸ ਵਿੱਚ ਇੱਕ ਚੰਗਾ ਹਿੱਸਾ ਨਿਭਾਉਂਦੀਆਂ ਹਨ। ਇਹ ਬੱਚਿਆਂ ਵਿੱਚ ਕਲਪਨਾ ਸ਼ਕਤੀ ਨੂੰ ਵਧਾਉਂਦੀਆਂ ਹਨ। ਨਾਗਰਿਕਤਾ ਦਾ ਵਿਕਾਸ, ਇਹ ਕਿਰਿਆਵਾਂ ਵਿਦਿਆਰਥੀਆਂ ਨੂੰ ਚੰਗਾ ਨਾਗਰਿਕ ਬਣਾਉਣ ਲਈ ਉਹਨਾਂ ਵਿੱਚ ਨਾਗਰਿਕਤਾ ਦੇ ਗੁਣ ਪੈਦਾ ਕਰਦੀਆਂ ਹਨ। ਇਹ ਨਿਯਮ ਅਤੇ ਕਾਨੂੰਨ ਲਈ ਪਿਆਰ ਪੈਦਾ ਕਰਦੀਆਂ ਹਨ। ਵੱਖ-ਵੱਖ ਸਕੂਲਾਂ, ਸਮਾਰੋਹ, ਵਿਦਿਆਰਥੀ ਸਵੈ ਸ਼ਾਸਨ, ਸਕੂਲ ਸੰਭਾਵਨਾ ਆਦਿ ਵਿਦਿਆਰਥੀਆਂ ਵਿੱਚ ਚੰਗੇ ਨਾਗਰਿਕ ਦੇ ਗੁਣ ਪੈਦਾ ਕਰਦੇ ਹਨ। ਵਿਹਲੇ ਸਮੇਂ ਦੀ ਸਹੀ ਵਰਤੋਂ, ਕਿਹਾ ਜਾਂਦਾ ਹੈ ਕਿ ਵਿਹਲਾ ਸਮਾਂ ਜਿਹੜਾ ਆ ਮਨ ਸ਼ਰਾਰਤਾਂ ਦਾ ਜਿਹੜਾ ਆ ਉਹ ਘਰ ਹੁੰਦਾ ਹੈ ਤੇ ਗਰੀਬ ਸਿਆਣੇ ਬੱਚੇ ਜਿਹੜੇ ਨੇ ਉਹ ਮਾਪਿਆਂ ਦੇ ਕੰਮ ਵਿੱਚ ਹੱਥ ਵਟਾਉਂਦੇ ਹਨ ਅਤੇ ਜਦੋਂ ਵਿਹਲਾ ਸਮਾਂ ਮਿਲ ਜਾਵੇ ਤਾਂ ਇਹਨਾਂ ਕਿਰਿਆਵਾਂ ਰਾਹੀਂ ਉਹ ਠੀਕ ਵਰਤੋਂ ਕਰ ਸਕਦੇ ਹਨ ਅਤੇ ਬੱਚੇ ਆਪਣੀ ਹੌਬੀ ਦੁਆਰਾ ਨਿਪੁੰਨਤਾ ਤਾਂ ਪ੍ਰਾਪਤ ਕਰਦੇ ਹੀ ਹਨ, ਸਗੋਂ ਧਨ ਦੀ ਪ੍ਰਾਪਤੀ ਕਰ ਲੈਂਦੇ ਹਨ। ਅਮਰੀਕਾ ਜਿਹੇ ਦੇਸ਼ਾਂ ਵਿੱਚ ਵਿੱਦਿਆ ਦਾ ਖਰਚ
ਕੰਮ ਕਰਕੇ ਪੂਰਾ ਕਰਨਾ ਚੰਗਾ ਸਮਝਿਆ ਜਾਂਦਾ ਹੈ। ਅੱਗੇ ਆ ਗਿਆ ਲਾਭ। ਪਾਠ ਸਹਾਇਕ ਕਿਰਿਆਵਾਂ ਦੇ ਨਾਲ ਵਿਦਿਆਰਥੀ ਨੂੰ ਅਨੁਸ਼ਾਸਨ ਬਾਰੇ ਪਤਾ ਲੱਗਦਾ ਰਹਿੰਦਾ ਹੈ ਅਤੇ ਉਹ ਆਪ ਹੀ ਅਨੁਸ਼ਾਸਿਤ ਹੋ ਜਾਂਦੇ ਹਨ। ਜਿਨ੍ਹਾਂ ਸੰਸਥਾਵਾਂ ਵਿੱਚ ਇਹਨਾਂ ਕਿਰਿਆਵਾਂ ਦਾ ਪ੍ਰਬੰਧ ਹੁੰਦਾ ਹੈ ਉਹ ਅਨੁਸ਼ਾਸਿਤ ਹੁੰਦੀਆਂ ਹਨ। ਅੱਗੇ ਆ ਗਿਆ ਮਨੋਰੰਜਨ। ਖੇਡਾਂ, ਸੰਗੀਤ, ਨਾਚ, ਚਿੱਤਰਕਲਾ ਆਦਿ ਆਨੰਦ ਅਤੇ ਖੁਸ਼ੀਆਂ ਦਿੰਦੀਆਂ ਹਨ। ਜਮਾਤ ਦੇ ਅਕੇਵੇਂ ਅਤੇ ਰਸਹੀਨ ਕੰਮ ਤੋਂ ਥੋੜੀ ਦੇਰ ਲਈ ਮਨੋਰੰਜਨ ਹੋਣਾ ਜ਼ਰੂਰੀ ਅੰਗ ਹੈ। ਇਹ ਕਿਰਿਆਵਾਂ ਵਿਦਿਆਰਥੀਆਂ ਦੇ ਮਨੋਰੰਜਨ ਦਾ ਪ੍ਰਬੰਧ ਕਰਦੀਆਂ ਹਨ ਅਤੇ ਮੁੜ ਔਖਾ ਕੰਮ ਕਰਨ ਲਈ ਤਰੋਤਾਜ਼ਾ ਕਰਦੀਆਂ ਹਨ। ਨੈਤਿਕਤਾ ਤੇ ਸਿਖਲਾਈ। ਇਹਨਾਂ ਕਿਰਿਆਵਾਂ ਦਾ ਇਹ ਗੁਣ ਹੈ ਕਿ ਇਹ ਵਿਦਿਆਰਥੀਆਂ ਅੰਦਰ ਉੱਚੀਆਂ ਕੀਮਤਾਂ ਤੇ ਚਰਿੱਤਰ ਅਤੇ ਨੈਤਿਕਤਾ ਦਾ ਸੰਚਾਰ ਕਰਦੀਆਂ ਹਨ। ਨੈਤਿਕ ਅਨੁਭਵ ਦਾ ਛੋਟਾ ਅੰਸ਼ ਵੀ ਨੈਤਿਕ ਸਿੱਖਿਆ ਹੀ ਅਣਹੋਂਦ ਤੋਂ ਚੰਗਾ ਹੈ। ਵਿਦਿਆਰਥੀਆਂ ਵਿੱਚ ਦਇਆ, ਸਹਿਯੋਗ, ਸਮੇਂ ਦੀ ਪਾਬੰਦੀ, ਜ਼ਿੰਮੇਵਾਰੀ ਲੈਣਾ ਤੇ ਨਿਭਾਉਣ ਦਾ ਗੁਣ ਪੈਦਾ ਕਰਦੀਆਂ ਹਨ। ਅਗਵਾਈ ਦਾ ਗੁਣ। ਇਹ ਕਿਰਿਆਵਾਂ ਜਿਹੜੀਆਂ ਆ ਸੰਗੀਤ, ਨਾਚ, ਚਿੱਤਰਕਲਾ, ਮੂਰਤੀ ਕਲਾ, ਫੈਂਸੀ ਖਿਡੌਣੇ ਤੇ ਫੈਂਸੀ ਡਰੈਸ ਤੇ ਆਦਿ ਇਹ ਗੁਣਾਂ ਦਾ ਵਿਕਾਸ ਵੀ ਵਿਦਿਆਰਥੀਆਂ ਵਿੱਚ ਕਰਦੀਆਂ ਹਨ। ਅਜਿਹੇ ਗੁਣਾਂ ਨਾਲ ਵਿਦਿਆਰਥੀਆਂ ਨੂੰ ਸੁੰਦਰਤਾ ਅਨੁਭਵ ਹੁੰਦੀ ਹੈ ਤੇ ਚੰਗੀ ਰਚਨਾਤਮਕ ਰਵੱਈਏ ਪੈਦਾ ਕਰਨਾ। ਇਹਨਾਂ ਕਿਰਿਆਵਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਸੋਹਣੀਆਂ ਆਦਤਾਂ ਅਤੇ ਮਿਲਵਰਤਨ ਦਾ ਸੁਭਾਅ ਪੈਦਾ ਕਰਦੇ ਹਨ। ਪਾਠ ਸਹਾਇਕ ਕਿਰਿਆਵਾਂ। ਪਾਠ ਸਹਾਇਕ ਕਿਰਿਆਵਾਂ ਦਾ ਗਠਨ ਸਕੂਲ ਪ੍ਰੀਸ਼ਦ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਸਕੂਲ ਪ੍ਰੀਸ਼ਦ ਵਿੱਚ ਵਿਦਿਆਰਥੀ, ਅਧਿਆਪਕ, ਮੁੱਖ ਅਧਿਆਪਕ ਅਤੇ ਪ੍ਰਬੰਧਕ ਆ ਜਾਂਦੇ ਹਨ। ਸਰੀਰਕ ਵਿਕਾਸ ਲਈ ਕਿਰਿਆਵਾਂ ਤੇ ਇਹਨਾਂ ਕਿਰਿਆਵਾਂ ਵਿੱਚ ਖੇਡ ਦੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ, ਹਾਕੀ, ਫੁੱਟਬਾਲ, ਕਬੱਡੀ ਆਦਿ ਤੇ ਕਮਰੇ ਦੇ ਅੰਦਰ ਖੇਡਣ ਵਾਲੀਆਂ ਖੇਡਾਂ ਲੂਡੋ, ਸ਼ਤਰੰਜ ਤੇ ਕਸਰਤ, ਯੋਗਾ ਆਦਿ ਹਨ। ਅਕਾਦਮਿਕ ਕਿਰਿਆਵਾਂ ਇਹ ਹਨ ਭਾਸ਼ਣ ਮੁਕਾਬਲੇ, ਸਹਾਇਕ ਸਭਾ, ਨਾਟਕ, ਲੋਕ ਨਾਚ, ਲੋਕ ਗੀਤ, ਚਿੱਤਰਕਲਾ, ਸੰਗੀਤ, ਸਮਾਚਾਰ ਪੱਤਰ ਪੜ੍ਹਨਾ, ਸਹਾਇਕ ਸਭਾ ਦਾ ਸੰਗਠਨ, ਸੈਮੀਨਾਰ, ਪੈਨ ਡਰਾਈਵ ਆਦਿ। ਅੱਗੇ ਆ ਗਿਆ ਇਹ ਹਨ ਲੋਕ ਗੀਤਾਂ, ਚਿੱਤਰਕਲਾ, ਫੈਂਸੀ ਡਰੈਸ ਤੇ ਨਮਾਇਸ਼, ਰੰਗਾਰੰਗ ਪ੍ਰੋਗਰਾਮ ਤੇ ਚਾਰਟ, ਮਾਡਲ ਬਣਾਉਣ, ਸਕੂਲ ਵੈਨ, ਮੂਰਤੀ ਆਦਿ। ਵਿਹਲੇ ਸਮੇਂ ਦੀ ਵਰਤੋਂ ਦੀਆਂ ਕਿਰਿਆਵਾਂ ਇਹ ਹਨ ਟਿਕਟ ਇਕੱਠੇ ਕਰਨਾ ਤੇ ਐਲਬਮ ਤਿਆਰ ਕਰਨੇ, ਪੱਤੇ, ਫੁੱਲ, ਬੀਜ ਇਕੱਠੇ ਕਰਨੇ ਤੇ ਨਾਗਰਿਕਤਾ ਸਿਖਲਾਈ ਵਾਲੀ ਕਿਰਿਆਵਾਂ। ਇਹ ਹਨ ਵਿਦਿਆਰਥੀ ਸਹਿਕਾਰੀ ਸਟੋਰ ਦਾ ਗਠਨ, ਸਹਿਕਾਰੀ ਬੈਂਕ, ਨਾਗਰਿਕ ਪਾਲਿਕਾ, ਵਿਧਾਨ ਸਭਾ ਜਾਂ ਲੋਕ ਸਭਾ ਦੀ ਯਾਤਰਾ, ਕੌਮੀ ਮੇਲੇ, ਕੌਮੀ ਦਿਨ ਮਨਾਉਣੇ ਜਿਵੇਂ ਆਜ਼ਾਦੀ ਦਾ ਦਿਨ, ਬਾਲ ਦਿਵਸ ਤੇ ਅਧਿਆਪਕ ਦਿਵਸ ਆਦਿ। ਸਮਾਜਿਕ ਜਿਹੜੀ ਸਰਗਰਮੀਆਂ ਤੇ ਇਹਨਾਂ ਵਿੱਚ NCC, NSS, ਸਫਾਈ ਹਫ਼ਤਾ ਤੇ ਪਿੰਡ ਸਰਵੇਖਣ, ਵਿਦਿਆ ਕਲੱਬ ਆਦਿ ਸ਼ਾਮਲ ਹਨ। ਦਸਤਕਾਰੀ ਨਾਲ ਜੁੜੀਆਂ ਸਮੱਗਰੀਆਂ, ਸਿਲਾਈ, ਕਢਾਈ, ਕੱਤਣਾ, ਬੁਣਨਾ ਤੇ ਪਕਵਾਨ ਬਣਾਉਣਾ, ਘਰੇਲੂ ਸਜਾਵਟ, ਸਾਬਣ, ਸ਼ਾਹੀ, ਚਾਟ, ਚਮੜੇ, ਗੱਤੇ ਦਾ ਕੰਮ, ਚਟਨੀ, ਚਾਟ ਬਣਾਉਣਾ। ਨੈਤਿਕ ਵਿਕਾਸ ਕਿਰਿਆਵਾਂ, ਸਮੂਹਿਕ ਪ੍ਰਾਰਥਨਾ, ਸਵੇਰੇ ਸਭਾ, ਮਹਾਂਪੁਰਖਾਂ ਦੇ ਜਨਮ ਦਿਨ ਮਨਾਉਣਾ ਤੇ ਸਮਾਜ ਸੇਵਾ ਨਾਲ ਸੰਬੰਧਿਤ ਕਿਰਿਆਵਾਂ ਜਿਹੜੀਆਂ ਉਹ ਨੈਤਿਕ ਵਿਕਾਸ ਕਿਰਿਆਵਾਂ ਹਨ।
ਤੇ ਰਾਸ਼ਟਰੀ ਏਕਤਾ ਸੰਬੰਧੀ ਕਿਰਿਆਵਾਂ, ਰਾਸ਼ਟਰੀ ਦਿਵਸ ਅਤੇ ਵੱਖ-ਵੱਖ ਪ੍ਰਦੇਸ਼ਾਂ ਦੀ ਯਾਤਰਾਵਾਂ ਕਰਨੀਆਂ, ਇਹ ਹਨ ਰਾਸ਼ਟਰੀ ਏਕਤਾ ਸੰਬੰਧਿਤ ਕਿਰਿਆਵਾਂ। ਤੇ ਸੈਰ ਸਪਾਟੇ ਨਾਲ ਜੁੜੀਆਂ ਕਿਰਿਆਵਾਂ ਤੇ ਪਿਕਨਿਕ, ਪਹਾੜ ਤੇ ਚੜ੍ਹਨਾ, ਮੰਦਿਰਾਂ, ਮਸਜਿਦਾਂ, ਗੁਰਦੁਆਰਿਆਂ ਦੇ ਦਰਸ਼ਨ ਕਰਨਾ, ਚਿੜੀਆ ਘਰ, ਅਜਾਇਬ ਘਰ ਅਤੇ ਕਿਲਿਆਂ ਦੀ ਸੈਰ। ਹੋਰ ਕਿਰਿਆਵਾਂ ਕੈਂਪਸ ਨੂੰ ਸੋਹਣਾ ਬਣਾਉਣਾ, ਸੱਭਿਆਚਾਰਕ ਹਫ਼ਤੇ ਦਾ ਆਯੋਜਨ, ਸਹਿਕਾਰੀ ਬੈਂਕ ਚਲਾਉਣਾ ਤੇ ਡਾਕਖਾਨਾ ਬਣਾਉਣਾ, ਵਿਗਿਆਨਿਕ ਉਤਸਵ। ਇਸ ਤੋਂ ਅੱਗੇ ਆ ਗਿਆ ਸਾਡਾ ਆਮ ਤੌਰ ਤੇ ਸਕੂਲ ਅਸੈਂਬਲੀ। ਆਮ ਤੌਰ ਤੇ ਅਸੀਂ ਸਾਰੇ ਸਕੂਲਾਂ ਵਿੱਚ ਸਵੇਰ ਦੇ ਸਮੇਂ ਸਮੂਹਿਕ ਪ੍ਰਾਰਥਨਾ ਕੀਤੀ ਜਾਂਦੀ ਹੈ ਤੇ ਜ਼ਰੂਰੀ ਐਲਾਨ ਕੀਤੇ ਜਾਂਦੇ ਹਨ। ਇਹ ਛੋਟਾ ਜਿਹਾ ਭਾਸ਼ਣ ਵੀ ਕਈ ਵਾਰ ਦਿੱਤਾ ਜਾਂਦਾ ਹੈ। ਇਸ ਨੂੰ ਸਵੇਰ ਸਭਾ ਦਾ ਸਕੂਲ ਅਸੈਂਬਲੀ ਕਿਹਾ ਜਾਂਦਾ ਹੈ। ਤੇ ਸਵੇਰ ਦੀ ਸਭਾ ਵਿੱਚ ਰਾਸ਼ਟਰੀ ਗੀਤ ਦੇ ਨਾਲ ਪ੍ਰਾਰਥਨਾ ਅਤੇ ਮੁੱਖ ਅਧਿਆਪਕ ਵੱਲੋਂ ਛੋਟਾ ਜਿਹਾ ਭਾਸ਼ਣ ਦਿੱਤਾ ਜਾਂਦਾ ਹੈ। ਕਈ ਸਕੂਲਾਂ ਵਿੱਚ ਸੰਖੇਪ ਸਮਾਚਾਰ ਦਿੱਤੇ ਜਾਂਦੇ ਹਨ। ਕੱਪੜਿਆਂ ਤੇ ਸਫਾਈ ਦਾ ਨਿਰੀਖਣ ਕੀਤਾ ਜਾਂਦਾ ਹੈ। ਹਾਜ਼ਰੀ ਵੀ ਲਗਾਈ ਜਾਂਦੀ ਹੈ। ਸਵੇਰ ਦੀ ਸਭਾ ਦਾ ਲਾਭ। ਸਵੇਰ ਦੀ ਸਭਾ ਦਾ ਲਾਭ, ਸਕੂਲ ਨੂੰ ਇੱਕ ਥਾਂ ਇਕੱਠੇ ਹੋਣ ਦਾ ਮੌਕਾ ਮਿਲਣਾ। ਸਕੂਲ ਅਸੈਂਬਲੀ ਦਾ ਲਾਭ ਇਹ ਹੈ ਕਿ ਇੱਥੇ ਸਾਰੇ ਸਿਖਿਆਰਥੀ, ਅਧਿਆਪਕ ਅਤੇ ਮੁੱਖ ਅਧਿਆਪਕ ਇਕੱਠੇ ਹੁੰਦੇ ਹਨ। ਇਹਨਾਂ ਸਾਰਿਆਂ ਵਿੱਚ ਸਕੂਲ ਦੇ ਪ੍ਰਤੀਨਿਧਤਾ ਦੀ ਭਾਵਨਾ ਵਿਕਸਿਤ ਹੁੰਦੀ ਹੈ। ਨੈਤਿਕ ਸਿਖਲਾਈ ਦਾ ਮਿਲਣਾ, ਸਕੂਲ ਅਸੈਂਬਲੀ ਦਾ ਲਾਭ ਇਹ ਹੈ ਕਿ ਰਾਸ਼ਟਰੀ ਗੀਤ, ਸਕੂਲ ਪ੍ਰਾਰਥਨਾ ਆਦਿ ਵਿਦਿਆਰਥੀਆਂ ਵਿੱਚ ਨੈਤਿਕ ਗੁਣਾਂ ਦਾ ਵਿਕਾਸ ਕਰਦੀ ਹੈ। ਸਵੈ ਪ੍ਰਗਟਾਅ ਲਈ ਮੌਕਾ, ਸਵੇਰ ਦੀ ਸਭਾ ਵਿੱਚ ਵਿਦਿਆਰਥੀ ਨੂੰ ਆਪਣੇ ਪ੍ਰਗਟਾਅ ਲਈ ਮੌਕਾ ਮਿਲਦਾ ਹੈ। ਵਿਦਿਆਰਥੀ ਸਰੋਤਿਆਂ ਦਾ ਸਾਹਮਣਾ ਕਰਨ ਲਈ ਨਵੇਂ ਢੰਗ ਸਿੱਖਦੇ ਹਨ। ਚੰਗੀ ਆਦਤ ਦਾ ਵਿਕਾਸ ਹੋਣਾ, ਇਸ ਨਾਲ ਵਿਦਿਆਰਥੀ ਵਿੱਚ ਚੰਗੀ ਆਦਤ ਦਾ ਵਿਕਾਸ ਹੁੰਦਾ ਹੈ। ਜਿਹੜੇ ਵਿਦਿਆਰਥੀ ਸਟੇਜ ਤੇ ਆ ਕੇ ਨਵੀਆਂ ਗੱਲਾਂ ਦੱਸਦੇ ਹਨ, ਉਹਨਾਂ ਨੂੰ ਵੇਖ ਕੇ ਦੂਜੇ ਵਿਦਿਆਰਥੀਆਂ ਵਿੱਚ ਅਜਿਹੇ ਗੁਣ ਪੈਦਾ ਕਰਨ ਦੀ ਭਾਵਨਾ ਆ ਜਾਂਦੀ ਹੈ। ਰਾਸ਼ਟਰੀ ਤਿਉਹਾਰ ਮਨਾਉਣਾ, ਇਸ ਸਮੇਂ ਦੌਰਾਨ ਨੇਤਾਵਾਂ, ਲੇਖਕਾਂ, ਵਿਗਿਆਨਿਕਾਂ ਆਦਿ ਨੂੰ ਵੀ ਯਾਦ ਕੀਤਾ ਜਾਂਦਾ ਹੈ। ਇਸ ਨਾਲ ਵਿਦਿਆਰਥੀ ਨੂੰ ਆਪਣੇ ਦੇਸ਼ ਦੇ ਮਹਾਨ ਵਿਅਕਤੀ ਬਾਰੇ ਪਤਾ ਲੱਗਦਾ ਹੈ। ਸਕੂਲ ਨਿਯਮ ਬਾਰੇ ਪਤਾ ਲੱਗਣਾ, ਸਕੂਲ ਅਸੈਂਬਲੀ ਦੁਆਰਾ ਸਿਖਿਆਰਥੀਆਂ ਨੂੰ ਸਕੂਲ ਨਿਯਮਾਂ ਬਾਰੇ ਪਤਾ ਲੱਗਦਾ ਹੈ। ਨਵੀਆਂ ਘੋਸ਼ਣਾਵਾਂ ਬਾਰੇ ਪਤਾ ਲੱਗਦਾ ਹੈ। ਸਕੂਲ ਅਸੈਂਬਲੀ ਦਾ ਇੱਕ ਲਾਭ ਇਹ ਵੀ ਹੈ ਕਿ ਰੋਜ਼ਾਨਾ ਕੰਮ ਵਿੱਚ ਹੋਈਆਂ ਤਬਦੀਲੀਆਂ, ਜਿਵੇਂ ਟੂਰਨਾਮੈਂਟ ਸਮਾਰੋਹ ਬਾਰੇ, ਸਮਾਂ ਸਾਰਣੀ ਬਾਰੇ ਘੋਸ਼ਣਾ ਕੀਤੀ ਜਾਂਦੀ ਹੈ। ਸਮਾਚਾਰ ਦਾ ਪਤਾ ਲੱਗਣਾ, ਸਕੂਲ ਅਸੈਂਬਲੀ ਵਿੱਚ ਜ਼ਰੂਰੀ ਸੂਚਨਾਵਾਂ ਵੀ ਪਤਾ ਲੱਗਦੀਆਂ ਹਨ। ਅਧਿਆਪਕ ਕਿਸੇ ਨਵੇਂ ਵਿਸ਼ੇ ਤੇ ਵੀ ਦੱਸ ਸਕਦਾ ਹੈ। ਸਹਾਇਕ ਕਿਰਿਆਵਾਂ ਨੂੰ ਪ੍ਰੇਰਿਤ ਕਰਨਾ, ਪਾਠ ਸਹਾਇਕ ਕਿਰਿਆਵਾਂ ਨੂੰ ਪ੍ਰੇਰਿਤ ਕਰਨ ਦੀ ਸਕੂਲ ਅਸੈਂਬਲੀ ਦਾ ਮਨੋਰਥ ਹੈ। ਮਹੱਤਵਪੂਰਨ ਪ੍ਰਾਪਤੀਆਂ ਦਾ ਵਰਣਨ ਕਰਨਾ, ਸਕੂਲ ਅਸੈਂਬਲੀ ਦਾ ਲਾਭ ਇਹ ਹੈ ਕਿ ਇਸ ਸਮੇਂ ਕਿਸੇ ਵਿਦਿਆਰਥੀ ਦੀ ਮਹੱਤਵਪੂਰਨ ਪ੍ਰਾਪਤੀ ਦਾ ਵਰਣਨ ਸਾਰਿਆਂ ਦੇ ਸਾਹਮਣੇ ਜਦੋਂ ਕੀਤਾ ਜਾਂਦਾ ਹੈ ਤਾਂ ਦੂਜੇ ਸਿਖਿਆਰਥੀਆਂ ਵਿੱਚ ਵੀ ਅਜਿਹੀ ਪ੍ਰਾਪਤੀ ਕਰਨ ਦੀ ਝਲਕ ਪੈਦਾ ਹੋ ਜਾਂਦੀ ਹੈ। ਤੇ ਬੱਚਾ ਅੱਗੇ ਨਾਟਕਤਾ, ਬੱਚਾ ਜਿਹੜਾ ਆ ਉਹ ਬਚਪਨ ਤੋਂ ਹੀ ਆਪਣੇ ਮਾਂ ਪਿਓ ਦੀ ਨਕਲ ਕਰਨ ਦੀ ਸ਼ੁਰੂਆਤ ਕਰ ਦਿੰਦਾ ਹੈ। ਆਮ ਦੇਖਣ ਵਿੱਚ ਆਇਆ ਹੈ ਕਿ ਛੋਟਾ ਬੱਚਾ ਖੇਡਦੇ ਕਦੇ ਅਧਿਆਪਕ ਬਣਨ ਦੀ ਕੋਸ਼ਿਸ਼ ਕਰਦੇ ਹਨ ਤੇ ਕਈ ਵਾਰ ਉਹ ਜਿਵੇਂ ਉਹਨਾਂ ਦੇ ਮਾਂ ਪਿਓ ਕੰਮ ਕਰਦੇ ਹਨ
ਉਵੇਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਦੀ ਕਿਸੇ ਸਿਪਾਹੀ ਦੀ ਐਕਟਿੰਗ ਕਰਦੇ ਹਨ ਤੇ ਕਦੀ ਕਿਸੇ ਮਦਾਰੀ ਦੀ ਐਕਟਿੰਗ ਕਰਦੇ ਹਨ। ਨਾਟਕਾਂ ਦੇ ਲਾਭ ਕੀ ਹਨ ਇਹ ਤੁਹਾਨੂੰ ਦੱਸਦੇ ਹਾਂ। ਮਨੋਵਿਗਿਆਨਿਕ ਲਾਭ। ਨਾਟਕਾਂ ਦੇ ਨਾਲ ਵਿਦਿਆਰਥੀਆਂ ਨੂੰ ਆਪਣੇ ਮਨੋਭਾਵ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ। ਵਿਦਿਆਰਥੀ ਵੱਖ-ਵੱਖ ਭੂਮਿਕਾ ਦੀ ਐਕਟਿੰਗ ਕਰਦੇ ਹਨ ਅਤੇ ਆਪਣੀ ਨਕਲ ਕਰਨ ਦੀ ਪ੍ਰਤਿਭਾ ਨੂੰ ਸੰਤੁਸ਼ਟ ਕਰਦੇ ਹਨ। ਵਿਦਿਅਕ ਮਹੱਤਵ। ਨਾਟਕਾਂ ਦੀ ਵਿਦਿਅਕ ਮਹੱਤਤਾ ਵੀ ਹੈ। ਇਹਨਾਂ ਦੇ ਰਾਹੀਂ ਰੋਸ਼ਨੀ ਦਾ ਪ੍ਰਬੰਧ, ਕੱਪੜਿਆਂ ਦੀ ਜਾਣਕਾਰੀ, ਸਟੇਜ ਨੂੰ ਸਜਾਉਣ ਦਾ ਢੰਗ ਆਦਿ ਦਾ ਗਿਆਨ ਪ੍ਰਾਪਤ ਹੁੰਦਾ ਹੈ। ਤੇ ਸਮਾਜਿਕ ਲਾਭ। ਨਾਟਕਾਂ ਦੀ ਜਿਹੜੀ ਸਮਾਜਿਕ ਮਹੱਤਤਾ ਹੈ, ਨਾਟਕ ਖੇਡਦੇ ਸਮੇਂ ਕਈ ਪਾਤਰਾਂ ਦੀ ਲੋੜ ਪੈਂਦੀ ਹੈ। ਵਿਦਿਆਰਥੀ ਉਹਨਾਂ ਸਾਰੇ ਪਾਤਰਾਂ ਵਿੱਚੋਂ ਆਪਸੀ ਮਿਲਵਰਤਨ ਦੇਖ ਕੇ ਹੀ ਖੁਦ ਪ੍ਰੇਰਿਤ ਹੁੰਦੇ ਹਨ। ਸਮੁਦਾਈ ਭਾਵਨਾ। ਨਾਟਕ ਦੇ ਕਾਰਨ ਵਿਦਿਆਰਥੀ, ਮਾਤਾ ਪਿਤਾ, ਅਧਿਆਪਕ ਅਤੇ ਹੋਰ ਮੈਂਬਰਾਂ ਵਿੱਚ ਸਕੂਲ ਦੇ ਪ੍ਰਤੀ ਪਿਆਰ ਦੀ ਭਾਵਨਾ ਹੋਰ ਵੱਧਦੀ ਹੈ। ਚੇਤਨਤਾ। ਨਾਟਕਾਂ ਵਿੱਚ ਸਮਾਜਿਕ, ਧਾਰਮਿਕ ਅਤੇ ਰਾਸ਼ਟਰੀ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਦੇ ਕਾਰਨ ਵਿਦਿਆਰਥੀਆਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਸੁਚੇਤ ਕੀਤਾ ਜਾਂਦਾ ਹੈ। ਨੈਤਿਕ ਮਹੱਤਤਾ। ਨਾਟਕ ਕਲਾ ਵਿਦਿਆਰਥੀਆਂ ਵਿੱਚ ਉਪਯੋਗੀ ਚਿੰਤਨ ਅਤੇ ਮੌਲਿਕਤਾ ਨੂੰ ਵਿਕਸਿਤ ਕਰਦੀ ਹੈ। ਮਨੋਰੰਜਨ। ਕਈ ਵਿਦਿਆਰਥੀ ਜਿਹੜੇ ਨਾਟਕ ਦੇਖ ਕੇ ਆਸ਼ਾਵਾਦੀ ਬਣ ਜਾਂਦੇ ਹਨ ਕਿ ਉਹਨਾਂ ਵਿੱਚ ਖੁਸ਼ਹਾਲੀ ਦੇ ਗੁਣ ਆ ਜਾਂਦੇ ਹਨ। ਇਸ ਪ੍ਰਕਾਰ ਨਾਟਕਾਂ ਰਾਹੀਂ ਮਨੋਰੰਜਨ ਵੀ ਕੀਤਾ ਜਾ ਸਕਦਾ ਹੈ। ਤੇ ਭਾਸ਼ਾਈ ਲਾਭ ਜਿਹੜਾ, ਤੇ ਨਾਟਕ ਕਲਾ ਨਾਲ ਵਿਦਿਆਰਥੀਆਂ ਦੇ ਸ਼ਬਦ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਉਹਨਾਂ ਵਿੱਚ ਉਚਾਰਨ ਜਿਹੜਾ ਸੁਰ ਆ, ਉਹਨਾਂ ਦੇ ਉਤਰਾਅ ਚੜਾਅ, ਜਿਹੜੀ ਗਤੀ, ਵਿਰਾਮ, ਗੁਣਾਂ ਦਾ ਵਿਕਾਸ ਆਦਿ ਹੁੰਦਾ ਹੈ। ਅੱਗੇ ਤੁਹਾਨੂੰ ਦੱਸਦੇ ਹਾਂ ਰੌਚਿਕ ਕੰਮ ਜਿਹੜੇ ਆ ਕਿਸੇ ਵਿਅਕਤੀ ਦੇ ਕਿੱਤੇ ਨਾਲ ਸੰਬੰਧਿਤ ਕੰਮ ਹੁੰਦੇ ਹਨ। ਇਹ ਅਜਿਹੇ ਕੰਮ ਹੁੰਦੇ ਹਨ ਜਿਹੜਾ ਕਿ ਮਨੋਰੰਜਨ ਅਤੇ ਖੁਸ਼ੀ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ। ਵਿਦਿਆਰਥੀ ਜਾਂ ਵਿਅਕਤੀ ਆਪਣੀ ਰੁਚੀ ਜਾਂ ਯੋਗਤਾ ਦੇ ਅਨੁਸਾਰ ਕੋਈ ਵੀ ਰੌਚਿਕ ਕੰਮ ਕਰ ਸਕਦਾ ਹੈ। ਰੌਚਿਕ ਕੰਮ ਵਿਹਲੇ ਸਮੇਂ ਦਾ ਠੀਕ ਪ੍ਰਯੋਗ ਕਰਨ ਦਾ ਵਧੀਆ ਢੰਗ ਹੈ। ਰੌਚਿਕ ਕੰਮ ਵਿੱਚ ਕੋਈ ਸਹਾਇਕ ਰੌਚਿਕ ਕੰਮ ਅਤੇ ਕਲਾਤਮਿਕ ਕੰਮ, ਵਿਗਿਆਨ ਕੰਮ ਤੇ ਸਮਾਜਿਕ ਰੌਚਿਕ ਕੰਮ ਹੋ ਸਕਦਾ ਹੈ। ਸਿਲਪ ਸੰਬੰਧੀ ਰੌਚਿਕ ਕੰਮ ਵੀ ਹੋ ਸਕਦਾ ਹੈ। ਰੌਚਿਕ ਕੰਮ ਦੇ ਕੀ ਲਾਭ ਹਨ? ਮਨੋਵਿਗਿਆਨਿਕ ਲਾਭ। ਰੌਚਿਕ ਕੰਮ ਨਾਲ ਵਿਦਿਆਰਥੀ ਨੂੰ ਆਪਣਾ ਪ੍ਰਗਟਾਅ ਕਰਨ ਦਾ ਮੌਕਾ ਮਿਲਦਾ ਹੈ। ਵਿਦਿਆਰਥੀ ਦੀ ਸ਼ਕਤੀ ਅਤੇ ਭਾਵਨਾਵਾਂ ਨੂੰ ਰੌਚਿਕ ਕੰਮ ਕਰਕੇ ਉਹ ਪ੍ਰਗਟ ਜਿਹੜਾ ਆ ਆਪਣੇ ਕਰ ਸਕਦਾ ਹੈ। ਸਮਾਜਿਕ ਲਾਭ। ਵਿਦਿਆਰਥੀ ਜਦੋਂ ਆਪਣਾ ਪ੍ਰਗਟਾਅ ਕਰਦੇ ਹਨ ਤਾਂ ਇਸ ਨਾਲ ਉਹਨਾਂ ਵਿੱਚ ਸਫਲ ਸਮਾਜਿਕ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਪੈਦਾ ਹੁੰਦੀ ਹੈ। ਮਨੋਰੰਜਨ ਲਾਭ। ਰੌਚਿਕ ਕੰਮ ਕਰਨ ਨਾਲ ਆਪਣੇ ਮਨ ਦਾ ਪ੍ਰਗਟਾਅ ਹੁੰਦਾ ਹੈ, ਜਿਸ ਨਾਲ ਮਨੋਰੰਜਨ ਵੀ ਹੁੰਦਾ ਹੈ। ਵਿਹਲੇ ਸਮੇਂ ਦੀ ਠੀਕ ਵਰਤੋਂ। ਰੌਚਿਕ ਕੰਮ ਕਰਨ ਦੇ ਨਾਲ ਵਿਹਲੇ ਸਮੇਂ ਦੀ ਠੀਕ ਵਰਤੋਂ ਹੋ ਜਾਂਦੀ ਹੈ। ਨਾਲ ਹੀ ਵਿਦਿਆਰਥੀ ਦਾ ਮਨੋਰੰਜਨ ਵੀ ਹੋ ਜਾਂਦਾ ਹੈ। ਨਵੀਆਂ ਸੂਚਨਾਵਾਂ ਦਾ ਮਿਲਣਾ। ਜਦੋਂ ਕੋਈ ਰੌਚਿਕ ਕੰਮ ਵਿੱਚ ਵਿਗਿਆਨਿਕ, ਇਤਿਹਾਸਿਕ ਅਤੇ ਭੂਗੋਲਿਕ ਸੂਚਨਾਵਾਂ ਇਕੱਠੀ ਕਰਦਾ ਹੈ ਤਾਂ ਅਜਿਹੀਆਂ ਸੂਚਨਾਵਾਂ ਦਾ ਬਹੁਤ ਲਾਭ ਹੁੰਦਾ ਹੈ। ਮਿਹਨਤ ਕਰਨ ਦੀ ਆਦਤ ਪੈਦਾ। ਕਈ ਵਾਰ ਰੌਚਿਕ ਕੰਮ ਕਰਦੇ ਕਰਦੇ ਆਦਮੀ ਨੂੰ ਕੰਮ ਕਰਦੇ ਰਹਿਣ ਦੀ ਆਦਤ ਪੈ ਜਾਂਦੀ ਹੈ। ਜਦੋਂ ਵਿਦਿਆਰਥੀ ਨੂੰ ਇਤਿਹਾਸ, ਭੂਗੋਲਿਕ, ਸੱਭਿਆਚਾਰਕ ਆਦਿ ਰੁਚੀ ਦੇ ਸਾਧਨਾਂ ਦੀ ਯਾਤਰਾਵਾਂ ਕਰਵਾਈਆਂ ਜਾਂਦੀਆਂ ਹਨ ਤਾਂ ਇਸ ਨੂੰ ਸੈਰ ਸਪਾਟਾ ਵੀ ਕਿਹਾ ਜਾਂਦਾ ਹੈ। ਵਿਦਿਆਰਥੀ ਦੀ ਸੋਚ ਅਤੇ ਰਵੱਈਏ ਨੂੰ ਪ੍ਰਭਾਵਿਤ ਕਰਨ ਲਈ ਸੈਰ ਸਪਾਟਾ ਲਾਭਦਾਇਕ ਸਿੱਧ ਹੁੰਦਾ ਹੈ।
ਪੱਛਮੀ ਦੇਸ਼ਾਂ ਦੇ ਵਿੱਚ ਮਤਲਬ ਵਿਦਿਅਕ ਸੈਰ ਜਿਹੜੀ ਆ, ਸੈਰ ਸਪਾਟੇ ਪੜ੍ਹਨ ਦਾ ਜ਼ਰੂਰੀ ਅੰਗ ਹੁੰਦੇ ਸਨ, ਪਰੰਤੂ ਸਾਡੇ ਦੇਸ਼ਾਂ ਵਿੱਚ ਇਹਨਾਂ ਦਾ ਰਿਵਾਜ ਬਹੁਤ ਹੀ ਘੱਟ ਹੈ। ਸੈਰ ਸਪਾਟੇ ਕਈ ਕਿਸਮ ਦੇ ਹੋ ਸਕਦੇ ਹਨ, ਜਿਵੇਂ 1 ਘੰਟੇ ਦੀ ਸੈਰ, 1 ਦਿਨ ਦੀ ਸੈਰ ਅਤੇ ਛੁੱਟੀ ਦੀ ਸੈਰ। ਜਿੱਦਾਂ ਛੁੱਟੀਆਂ ਹੁੰਦੀਆਂ ਨੇ ਉਹਦੇ ਵਿੱਚ ਜਿਹੜੀ ਸੈਰ ਹੁੰਦੀ ਆ ਉਹਨੂੰ ਕਿਹਾ ਜਾਂਦਾ ਹੈ ਛੁੱਟੀ ਦੀ ਸੈਰ। ਤੇ ਸੈਰ ਸਪਾਟੇ ਦੇ ਲਾਭ ਕੀ ਹਨ? ਸੈਰ ਸਪਾਟੇ ਨੂੰ ਵੱਧ ਤੋਂ ਵੱਧ ਭਰਪੂਰ ਤੇ ਉਪਯੋਗੀ ਬਣਾਇਆ ਜਾਣਾ ਚਾਹੀਦਾ ਹੈ ਤੇ ਸਿਖਲਾਈ ਵਿੱਚ ਸਵਿਜਤਾ ਲਿਆਉਣਾ। ਸੈਰ ਸਪਾਟਾ ਕਰਨ ਨਾਲ ਜਮਾਤ ਦੀ ਖੁਸ਼ਕ ਤੇ ਨਿਰਸ ਸਿਖਲਾਈ ਵਿੱਚ ਸੰਜੀਵਤਾ ਤੇ ਸਰਲਤਾ ਆ ਜਾਂਦੀ ਹੈ। ਵਾਤਾਵਰਣ ਦੀ ਜਾਣਕਾਰੀ ਮਿਲਣਾ। ਵਿਦਿਆਰਥੀ ਜਦੋਂ ਵੱਖ-ਵੱਖ ਸਥਾਨਾਂ ਤੇ ਜਾਂਦੇ ਹਨ ਤਾਂ ਉਹਨਾਂ ਸਥਾਨਾਂ ਨਾਲ ਸਿੱਧਾ ਸੰਪਰਕ ਕਾਇਮ ਹੁੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਸਥਾਨਾਂ ਤੇ ਸੰਬੰਧ ਵਿੱਚ ਸਿੱਧੀ ਜਾਣਕਾਰੀ ਮਿਲਦੀ ਹੈ। ਅਗਵਾਈ ਦੇ ਗੁਣਾਂ ਦਾ ਮਿਲਣਾ। ਇਹਨਾਂ ਯਾਤਰਾਵਾਂ ਵਿੱਚ ਵਿਦਿਆਰਥੀ ਜ਼ਰੂਰੀ ਪ੍ਰਬੰਧ ਕਰਨਾ ਵੇਖਦੇ ਹਨ, ਉਹਨਾਂ ਵਿੱਚ ਵੀ ਅਗਵਾਈ ਕਰਨ ਦੇ ਗੁਣ ਪੈਦਾ ਹੁੰਦੇ ਹਨ। ਵੰਨ-ਸੁਵੰਨਤਾ ਆਉਣੀ। ਇਹਨਾਂ ਯਾਤਰਾਵਾਂ ਨਾਲ ਵਿਦਿਆਰਥੀ ਦੇ ਮਨ ਹਾਲਾਤ ਵਿੱਚ ਕੁਝ ਤਬਦੀਲੀ ਆਉਂਦੀ ਹੈ ਤੇ ਵਿਦਿਆਰਥੀਆਂ ਨੂੰ ਜਮਾਤ ਦੇ ਇੱਕੋ ਮੁੱਖ ਰਸ ਤੋਂ ਮੁਕਤੀ ਮਿਲਦੀ ਹੈ ਅਤੇ ਉਹ ਉਸ ਤੋਂ ਕੁਝ ਹਟ ਕੇ ਕਰਦਾ ਹੈ। ਇਸ ਵਾਸਤੇ ਉਹਦਾ ਮਨ ਜਿਹੜਾ ਆ ਉਹ ਖਿੜਿਆ ਵੀ ਰਹਿੰਦਾ ਹੈ ਤੇ ਖੁਸ਼ ਵੀ ਹੁੰਦਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਕਲਾਸ ਵਿੱਚ ਵੀ ਗੱਲ ਕਰੀਏ ਕਿ ਅੱਜ ਤੁਹਾਡਾ ਟ੍ਰਿਪ ਜਾਣਾ ਹੈ ਜਾਂ ਸਾਲ 'ਚ 1 ਵਾਰੀ ਵੀ ਜਾਣਾ ਹੈ, ਜਾਂ ਕਈ ਸਕੂਲਾਂ ਵਿੱਚ ਖੜਦੇ ਵੀ ਨੇ 1 2 3 4 ਵਾਰੀ ਕੋਈ ਮਤਲਬ ਵਧੀਆ ਸੱਭਿਆਚਾਰਕ ਗੁਰਦੁਆਰੇ ਦੀ ਜਾਂ ਕੋਈ ਸੈਰ ਸਪਾਟਾ ਕਰਵਾਉਂਦੇ ਨੇ, ਜਾਂ ਕੋਈ ਸਾਇੰਸ ਸਿਟੀ ਜਾਂ ਕਿਤੇ ਕੋਈ ਪੜ੍ਹਾਈ ਨਾਲ ਸੰਬੰਧਿਤ ਜਗ੍ਹਾ ਤੇ ਲੈ ਕੇ ਜਾਂਦੇ ਨੇ ਤੇ ਵਿਦਿਆਰਥੀਆਂ ਵਿੱਚ ਕਾਫੀ ਮਤਲਬ ਉਤਸ਼ਾਹ ਹੁੰਦਾ ਹੈ ਉਸ ਜਗ੍ਹਾ ਤੇ ਜਾਣ ਦਾ ਤੇ ਉਹ ਬਹੁਤ ਹੀ ਖੁਸ਼ ਨਜ਼ਰ ਆਉਂਦੇ ਨੇ ਤੇ ਤਕਰੀਬਨ ਸਾਰੀ ਕਲਾਸ, ਸਾਰਾ ਕਾਲਜ, ਸਾਰਾ ਸਕੂਲ ਹੀ ਇਕੱਠਾ ਹੋ ਜਾਂਦਾ ਹੈ ਉੱਥੇ ਜਾਣ ਵਾਸਤੇ ਤੇ ਉਹ ਬੜੇ ਹੀ ਖੁਸ਼ ਹੁੰਦੇ ਨੇ, ਬੜੇ ਉਤਸ਼ਾਹ ਨਾਲ ਜਾਂਦੇ ਨੇ ਤੇ ਬੜੇ ਉਤਸ਼ਾਹ ਨਾਲ ਵਾਪਸ ਆਉਂਦੇ ਨੇ ਤੇ ਹਫਤਾ, ਮਹੀਨਾ ਉਸੇ ਟ੍ਰਿਪ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਹਨ। ਤੇ ਰਾਸ਼ਟਰੀ ਏਕਤਾ ਦਾ ਵਿਕਾਸ ਹੋਣਾ ਤੇ ਇੱਕ ਪ੍ਰਾਂਤ ਤੋਂ ਵਿਦਿਆਰਥੀ ਦੂਜੇ ਪ੍ਰਾਂਤ ਵਿੱਚ ਜਾਂਦੇ ਹਨ, ਇਸ ਕਾਰਨ ਉਹਨਾਂ ਨੂੰ ਉੱਥੇ ਦਾ ਸੱਭਿਆਚਾਰਕ ਪਤਾ ਲੱਗਦਾ ਹੈ, ਜਿਸ ਕਾਰਨ ਉਹਨਾਂ ਵਿੱਚ ਰਾਸ਼ਟਰੀ ਭਾਵਨਾ ਵਿਕਸਿਤ ਹੁੰਦੀ ਹੈ। ਵਿਦਿਆਰਥੀ ਨੂੰ ਕਿਰਿਆਸ਼ੀਲ ਕਰਨਾ। ਅਜਿਹੀਆਂ ਯਾਤਰਾਵਾਂ ਵਿਦਿਆਰਥੀਆਂ ਨੂੰ ਕਿਰਿਆਸ਼ੀਲ ਕਰਦੀਆਂ ਹਨ, ਨਿਰਸਤਾ ਤੋਂ ਦੂਰ ਹੋ ਕੇ ਉਹਨਾਂ ਵਿੱਚ ਸਹਿਕਿਰਿਆ ਰਹਿਣ ਦੀ ਭਾਵਨਾ ਵਿਕਸਿਤ ਹੁੰਦੀ ਹੈ। ਮਿਲਵਰਤਨ ਦੀ ਭਾਵਨਾ ਵਿਕਸਿਤ ਹੋਣਾ। ਜਦੋਂ ਵਿਦਿਆਰਥੀ ਯਾਤਰਾਵਾਂ ਤੇ ਜਾਂਦੇ ਹਨ ਤਾਂ ਉਹ ਇੱਕ ਪਰਿਵਾਰ ਦੀ ਤਰ੍ਹਾਂ ਜਾਂਦੇ ਹਨ, ਇੱਕ ਦੂਜੇ ਦੇ ਦੁੱਖ ਸੁੱਖ ਵਟਾਉਂਦੇ ਹਨ। ਇਸ ਕਾਰਨ ਉਹਨਾਂ ਵਿੱਚ ਮਿਲਵਰਤਨ ਦੀ ਭਾਵਨਾ ਜਿਹੜੀ ਆ ਉਹ ਵਿਕਸਿਤ ਹੋ ਜਾਂਦੀ ਹੈ। ਵੰਨ ਸੁਵੰਨਤਾ ਜਿਹੜੀ ਆਉਣੀ ਆ ਉਹਦੇ ਵਿੱਚ ਇਹਨਾਂ ਯਾਤਰਾਵਾਂ ਨਾਲ ਵਿਦਿਆਰਥੀਆਂ ਦੇ ਮਨ ਹਾਲਾਤਾਂ ਵਿੱਚ ਕੁਝ ਤਬਦੀਲੀਆਂ ਆਉਂਦੀਆਂ ਹਨ। ਵਿਦਿਆਰਥੀਆਂ ਨੂੰ ਜਮਾਤ ਦੇ ਵਿੱਚੋਂ ਮੁੱਖ ਰਸਤੇ ਮੁਕਤੀ ਮਿਲਦੀ ਹੈ। ਇਸ ਤੋਂ ਅੱਗੇ ਸਾਡਾ ਆ ਗਿਆ ਮਿਸ਼ਨ ਫਤਿਹ, ਜੋ ਕਿ ਸਾਡੀ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਇੱਕ ਮੁਹਿੰਮ ਹੈ। ਇਸ ਵਿੱਚ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਇਹ ਦਿਨੋਂ ਦਿਨ ਇਹ ਬਿਮਾਰੀ ਜਿਹੜੀ ਸਾਡੇ ਵਿੱਚ ਪੰਜਾਬ ਵਿੱਚ ਜਾਂ ਪੂਰੇ ਪ੍ਰਦੇਸ਼ ਵਿੱਚ ਫੈਲ ਰਹੀ ਹੈ, ਇਹ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਵਾਸਤੇ ਸਾਨੂੰ ਆਪਣੀਆਂ ਸਰਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਆਪਣੇ ਹੱਥਾਂ ਨੂੰ ਬਾਰ-ਬਾਰ ਜਿਹੜੇ ਆ ਉਹ ਸਾਬਣ ਨਾਲ ਧੋਣਾ ਚਾਹੀਦਾ ਹੈ। ਜੇ ਅਸੀਂ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਮਾਸਕ ਪਾ ਕੇ ਹੀ ਨਿਕਲਣਾ ਚਾਹੀਦਾ ਹੈ। ਮਾਸਕ ਤੋਂ ਬਗੈਰ ਸਾਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
ਅਤੇ ਦੂਜਿਆਂ ਆਪਸੀ ਜਿਹੜੀ ਦੂਰੀ ਆ ਉਹਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਸੋਸ਼ਲ ਡਿਸਟੈਂਸ ਜਿਹੜਾ ਆ ਉਹ ਸਾਨੂੰ ਆਪਸ ਵਿੱਚ ਬਣਾ ਕੇ ਰੱਖਣਾ ਚਾਹੀਦਾ ਹੈ। ਹੋਰ ਵੀ ਮਤਲਬ ਕਈ ਸਾਡੀਆਂ ਜਿਹੜੀਆਂ ਹੈਗੀਆਂ ਨੇ, ਸਾਨੂੰ ਡਾਕਟਰਾਂ ਹੈਲਥ ਡਿਪਾਰਟਮੈਂਟ ਰਾਹੀਂ ਜਿਹੜੇ ਸਾਨੂੰ ਉਦੇਸ਼ ਦਿੱਤੇ ਜਾ ਰਹੇ ਨੇ ਬਾਰ-ਬਾਰ, ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਘਰ ਹੀ ਰਹਿਣਾ ਚਾਹੀਦਾ ਹੈ ਤੇ ਸੁਰੱਖਿਅਤ ਰਹਿਣਾ ਚਾਹੀਦਾ ਹੈ। ਆਪਣੀ ਤੇ ਆਪਣੇ ਪਰਿਵਾਰ ਦੀ ਰੱਖਿਆ ਜਿਹੜੀ ਆ ਉਹ ਤੁਹਾਡੇ ਹੱਥ ਵਿੱਚ ਹੈ। ਆਓ ਰਲ ਕੇ ਸਾਰੇ ਮਿਸ਼ਨ ਫਤਿਹ ਦਾ ਜਿਹੜਾ ਆ ਉਹਨੂੰ ਅਸੀਂ ਮਤਲਬ ਇੱਕ ਮੁੱਠੀ ਵਿੱਚ ਸਮਾ ਕੇ ਮਿਸ਼ਨ ਫਤਿਹ ਨੂੰ ਇੱਕ ਸਾਰ ਮਤਲਬ ਅਸੀਂ ਬਣਾਈਏ ਤੇ ਸਰਕਾਰ ਦਾ, ਪੰਜਾਬ ਸਰਕਾਰ ਦਾ ਸਾਥ ਦਈਏ ਤੇ ਆਪਣੀਆਂ ਜਿਹੜੀਆਂ ਸੇਵਾਵਾਂ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਦਾ ਵੀ ਲਾਭ ਉਠਾਈਏ। ਤੇ ਇਸ ਤੋਂ ਅੱਗੇ ਜੇ ਕਿਸੇ ਦੀ ਕੋਈ ਕੁਐਰੀ ਹੈ ਤਾਂ ਉਹ ਪੁੱਛ ਸਕਦਾ ਹੈ। ਜੇ ਕਿਸੇ ਨੇ ਆਪਣੇ ਟ੍ਰੇਡ ਨਾਲ ਸੰਬੰਧਿਤ ਕੋਈ ਕੁਐਸਚਨ ਪੁੱਟ ਕਰਨਾ ਹੈ ਤਾਂ ਉਹ ਪੁੱਛ ਸਕਦਾ ਹੈ। ਉਹ ਆਪਣਾ ਹੱਥ ਖੜਾ ਕਰਕੇ ਦੱਸ ਦੋ। ਮੈਂ ਸਾਰਿਆਂ ਨੂੰ ਅਨਮਿਊਟ ਕਰਤਾ ਜੀ, ਅਨਮਿਊਟ ਕਰਤੇ ਤੇ ਅਗਰ ਕਿਸੇ ਦੀ ਕੁਐਰੀ ਹੈ ਤਾਂ ਉਹ ਅਨਮਿਊਟ ਕਰ ਸਕਦਾ। ਹਾਂਜੀ, ਕਿਸੇ ਦੀ ਕੋਈ ਕੁਐਰੀ ਹੈ ਤਾਂ ਉਹ ਹੈਂਡ ਉੱਪਰ ਕਰੇ ਆਪਣਾ। ਹਾਂਜੀ ਸਰ। ਹਾਂਜੀ ਮੈਡਮ, ਫਿਰ ਵਾइंड अप करिए। ਹਾਂਜੀ ਸਰ। ओके, थैंक यू मैम, थैंक यू ऑल पार्टिसिपेंट। ਓਕੇ ਸਰ, ਸਤਿ ਸ਼੍ਰੀ ਅਕਾਲ।